स्वागत पंजाब वन टीवी देख रहे सारे दर्शकों का मैं मेगा प्रोग्राम आरोग जीवन दे विच स्वागत करते हैं। सानू सब नू पता है कि जिंदगी जीवन लई रोज़मर्रा दे लई अपने लिए ताकत जुटाउण लई असी डाइट लैनी है, असी खाना खाना है। की खाना है, किन्ना खाना है, इस बारे बहुत सारे भुलेखे ने। असी जे कसरत कर रहे हैं उस तो पहला खाना है कि उस तो बाद खाना है, तो की खाना है। इसी तरह जे असी योग मैडिटेशन कर रहे हैं या असी पतले होना चाहते हैं या इस तो अलावा किचन दे विच बहुत सारिया चीज़ां ने, उन्होंने असी किद्दां इस्तेमाल करना है, की चीज़ कितनी मात्रा दे विच खानी है ताकि सानू फायदा होए, या फिर जे सानू बार बार भुख लग रही है तो असी किन्ना खाना खाइए जिहदे नाल सानू फायदा होवे। इस बारे गलबात करन लई स्टूडियो दे विच असीं खास तौर ते बुलाया डॉक्टर पुनीत नू। बहुत बहुत इन्हां दा पंजाब वन टीवी दे स्टूडियो दे विच स्वागत करदे हां। थैंक यू जी जी। जिस तरह डॉक्टर पुनीत मैं गल कर रही सी कि बड़े सारे भुलेखे ने कि की खाना है ते किद्दां खाना है, ते अज इस बारे ही असी अपने आरोग जीवन के अंक दे विच गलबात करांगे। ते शुरुआत इत्थों ही करदे हां। पहले यही गल करदे हां कि कईयां नूं भुख बहुत लगदी है ना। हुणे रोटी खाधी है, पहले तो रोटी खा के इदां लगदा ही नहीं कि ढिड भर गया, दिल करदा है कि हले होर भी खाधा जा सकदा सीगा, या फिर जे उस वेले लगता भी है कि ढिड भर गया है तो थोड़ी कि देर बाद फिर भुख लग जाती है। तो मतलब किद्दां इस चीज़ नूं किद्दां समझिए, किद्दां इहदा इलाज करिए। हाँ जी, अगर तुहानूं बार-बार भुख लगदी ना, इट मीनस तुसी जिहड़ी तुहाडी मील तुसी लै रहे हो, जो तुसी खाना लै रहे हो, तुसी प्रॉपर वे नाल नहीं लै रहे हो, ਉਹਦੇ ਵਿੱਚ प्रॉपर जिहड़ी बैलेंस्ड मील्स नहीं हैगियां। अगर तुसी प्रोटीन नहीं लै रहे, अपनी डाइट ਦੇ ਵਿੱਚ प्रोटीन नहीं लै रहे, तो तुहानूं फिर भी बार-बार भुख लगूगी, क्योंकि ਜਿਹੜਾ प्रोटीन ਹੁੰਦਾ ਤੁਹਾਨੂੰ ਇੱਕ ਸਟਾਈਟੀ ਫੀਲਿੰਗ ਦਿੰਦਾ। ਸਟਾਈਟੀ ਫੀਲਿੰਗ ਦਾ ਮਤਲਬ ਕਿ ਤੁਹਾਨੂੰ ਕਾਫੀ ਲੰਬੇ ਟਾਈਮ ਤੱਕ ਉਹ ਭੁੱਖ ਨਹੀਂ ਲੱਗਣ ਦਿੰਦਾ। ਅਗਰ ਤੁਹਾਡੀ ਡਾਈਟ 'ਚ ਪ੍ਰੋਟੀਨ ਨਹੀਂ ਹੈਗਾ, ਅਗਰ ਸਿਰਫ ਤੁਸੀਂ ਸਬਜ਼ੀ ਦੇ ਨਾਲ ਰੋਟੀ ਲੈ ਰਹੇ ਹੋ ਤੇ ਤੁਸੀਂ ਦਾਲ ਨਹੀਂ ਲੈ ਰਹੇ ਹੋ, ਤੇ ਫਿਰ ਵੀ ਤੁਹਾਨੂੰ ਭੁੱਖ ਲੱਗ ਜੂਗੀ, ਥੋੜੀ ਦੇਰ ਬਾਅਦ ਤੁਹਾਨੂੰ ਭੁੱਖ ਲੱਗ ਜਾਏਗੀ। ਨੰਬਰ 2, ਅਗਰ ਤੁਸੀਂ ਪਾਣੀ ਘੱਟ ਪੀ ਰਹੇ ਹੋ, ਅਗਰ ਤੁਸੀਂ ਪਾਣੀ ਆਪਣੀ ਬੋਡੀ ਨੂੰ ਹਾਈਡਰੇਟ ਨਹੀਂ ਕਰ ਰਹੇ ਹੋ, ਤਾਂ ਫਿਰ ਵੀ ਤੁਹਾਨੂੰ ਬਾਰ-ਬਾਰ ਭੁੱਖ ਲੱਗੂਗੀ। ਨੰਬਰ 3, ਅਗਰ ਅਸੀਂ ਗੱਲ ਕਰੀਏ ਫਾਈਬਰ, ਅਗਰ ਤੁਹਾਡੀ ਡਾਈਟ ਦੇ ਵਿੱਚ ਫਾਈਬਰ ਦੀ ਕਮੀ ਹੈਗੀ, ਅਗਰ ਤੁਸੀਂ ਫਾਈਬਰ ਜਿੱਦਾਂ ਕਿ ਤੁਸੀਂ ਬੈਲੈਂਸਡ ਮੀਲ ਤੇ ਲੈ ਰਹੇ ਹੋ, ਪ੍ਰੋਟੀਨ ਵੀ ਲੈ ਰਹੇ ਹੋ, ਕਾਰਬ ਵੀ ਲੈ ਰਹੇ ਹੋ, ਫੈਟਸ ਵੀ ਲੈ ਰਹੇ ਹੋ, ਬਟ ਅਗਰ ਤੁਸੀਂ ਫਾਈਬਰ ਨਹੀਂ ਨਾਲ ਲੈ ਰਹੇ, ਅਗਰ ਤੁਸੀਂ ਸੈਲਡ ਨਹੀਂ ਲੈ ਰਹੇ ਨਾਲ, ਤਾਂ ਫਿਰ ਵੀ ਤੁਹਾਨੂੰ ਬਾਰ-ਬਾਰ ਭੁੱਖ ਲੱਗੂਗੀ, ਕਿਉਂਕਿ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਕਾਫੀ ਜਿੱਦਾਂ ਢਿੱਡ ਆ ਉਹਦੇ ਵਿੱਚ ਤੁਹਾਨੂੰ ਭਰਿਆ ਫੀਲ ਕਰਾਊਗੀ, ਇਸ ਕਰਕੇ ਤੁਹਾਨੂੰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗੂਗੀ। ਤੇ ਅਗਰ ਤੁਹਾਡੀ ਸਲੀਪ, ਅਗਰ ਤੁਸੀਂ ਸਿਰਫ 2-3 ਘੰਟੇ ਸੌਂਦੇ ਹੋ, ਅਗਰ ਤੁਹਾਡੀ ਸਲੀਪ 8 ਘੰਟੇ ਦੀ ਨਹੀਂ ਹੈਗੀ, ਫਿਰ ਵੀ ਤੁਹਾਨੂੰ ਭੁੱਖ ਲੱਗੂਗੀ, ਕਿਉਂਕਿ ਜਦੋਂ ਤੁਸੀਂ ਸੌਂਦੇ ਹੋ ਨਾ, ਤੁਹਾਡੀ ਬੋਡੀ ਦੇ ਵਿੱਚ 2 ਹਾਰਮੋਨਸ ਰਿਲੀਜ਼ ਹੁੰਦੇ ਆ, ਜਿਹੜਾ ਕਿ ਲੈਪਟਿਨ ਹਾਰਮੋਨ ਆ, ਉਹ ਰਿਲੀਜ਼ ਹੁੰਦਾ। ਉਹ ਤੁਹਾਨੂੰ ਭੁੱਖ, ਜਦੋਂ ਤੁਸੀਂ ਰੋਟੀ ਖਾ ਲੈਂਦੇ ਹੋ ਨਾ, ਉਹ ਤੁਹਾਨੂੰ ਇੱਕ ਸੈਟਿਸਫੈਕਸ਼ਨ ਦੀ ਫੀਲਿੰਗ ਦਿੰਦਾ। ਅਗਰ ਤੁਸੀਂ ਆਪਣੀ ਨੀਂਦ ਪੂਰੀ ਨਹੀਂ ਕਰੋਗੇ ਤਾਂ ਤੁਹਾਡੀ ਬੋਡੀ 'ਚ ਉਲਟਾ ਇੱਕ ਹਾਰਮੋਨ ਰਿਲੀਜ਼ ਹੁੰਦਾ, ਗ੍ਰੈਲਿਨ। ਗ੍ਰੈਲਿਨ ਕੀ ਕਰਦਾ ਕਿ ਤੁਹਾਡੀ ਬੋਡੀ 'ਚ ਬਾਰ-ਬਾਰ ਤੁਹਾਡੇ ਮਾਈਂਡ ਨੂੰ ਟ੍ਰਿਗਰ ਕਰਦਾ ਕਿ ਮੈਨੂੰ ਭੁੱਖ ਲੱਗੀ ਆ। ਅੱਛਾ, ਇਸ ਕਰਕੇ ਅਗਰ ਤੁਹਾਡੀ ਸਲੀਪ ਸਹੀ ਨਹੀਂ ਹੈਗੀ ਤਾਂ ਤੁਹਾਨੂੰ ਬਾਰ-ਬਾਰ ਭੁੱਖ ਲੱਗੇਗੀ। ਫਿਰ ਅਗਰ ਤੁਸੀਂ ਐਕਸਰਸਾਈਜ਼ ਜ਼ਿਆਦਾ ਕਰਦੇ ਹੋ, ਅਗਰ ਤੁਸੀਂ ਖਾਂਦੇ ਘੱਟ ਹੋ ਤੇ ਐਕਸਰਸਾਈਜ਼ ਜ਼ਿਆਦਾ ਕਰਦੇ ਪਏ, ਤਾਂ ਫਿਰ ਵੀ ਤੁਹਾਨੂੰ ਬਾਰ-ਬਾਰ ਭੁੱਖ ਲੱਗੂਗੀ। ਤੇ ਜਿਹੜਾ ਲਾਸਟ ਜਿਹੜੀ ਚੀਜ਼ ਹੈਗੀ ਹੈ, ਅਗਰ ਤੁਹਾਡੀ ਡਾਈਟ ਦੇ ਵਿੱਚ ਫੈਟਸ ਨਹੀਂ ਹੈਗੇ, ਕਿਉਂਕਿ ਇਹ ਬੜਾ ਮਿੱਥ ਆ ਨਾ ਕਿ ਅਸੀਂ ਘਿਓ ਨਹੀਂ ਖਾਣਾ ਜਾਂ ਅਸੀਂ ਫੈਟਸ ਨਹੀਂ ਲੈਣੇ ਹੈਗੇ ਕਿਉਂਕਿ ਅਸੀਂ ਪਤਲੇ ਹੋਣਾ, ਬਟ ਅਗਰ ਤੁਹਾਡੀ ਡਾਈਟ ਦੇ ਵਿੱਚ ਫੈਟਸ ਵੀ ਨਹੀਂ ਹੈਗੇ ਤੇ ਤੁਹਾਨੂੰ ਫਿਰ ਵੀ ਬਾਰ-ਬਾਰ ਭੁੱਖ ਲੱਗੂਗੀ। ਇਸ ਕਰਕੇ ਤੁਹਾਡੀ ਮੀਲ ਬੈਲੈਂਸਡ ਹੋਣੀ ਚਾਹੀਦੀ, ਵਿੱਚ ਕਾਰਬਸ ਵੀ ਹੋਣੇ ਚਾਹੀਦੇ, ਪ੍ਰੋਟੀਨਸ ਵੀ ਹੋਣੇ ਚਾਹੀਦੇ, ਫੈਟਸ ਵੀ ਹੋਣੇ ਚਾਹੀਦੇ, ਐਂਟੀਆਕਸੀਡੈਂਟ ਵੀ ਹੋਣੇ ਚਾਹੀਦੇ, फाइबर भी होना चाहिए जी। मतलब ये सारिया चीज़ां होनियां चाहिए ने। ते जे फिर भी भुख लग रही है, हाँ जी, ते क्रेविंग हो रही है कि असी कुछ खाना है या दिल कर रहा है, ते असी कितना रिप्लेस कर सकते हैं कि असी कुछ इदां दा खाइए कि कैलोरी भी ज़्यादा अंदर ना जाए ते सानू ठीक भी लगे ते इदां लगे कि हाँ जी बिल्कुल खा सकते हैं। अगर तुहानू रोटी खाण तो बाद भी सपोजिंगली तुसी रोटी खाधी है, घंटे बाद तुहानू भुख लग जाती है, तो हुण घंटे बाद तुसी रोटी ते खा नहीं सकते क्योंकि उस च फिर कैलोरीज होणगीਆਂ। तुसी सोटे वेज खा सकते हो, मतलब सब्जियां नू सोटे करके खा सकते हो, सब्जियां दा सूप लै सकते हो, ਜਾਂ ਫਿਰ ਰਾਜਮਾ ਦਾ ਸੈਲਡ ਬਣਾ ਕੇ ਲੈ ਸਕਦੇ ਹੋ, ਰੌਂਗੀ ਦਾ ਸੈਲਡ ਬਣਾ ਕੇ ਲੈ ਸਕਦੇ ਹੋ, ਤੁਸੀਂ ਪਨੀਰ ਦਾ ਸੈਲਡ ਬਣਾ ਕੇ ਲੈ ਸਕਦੇ ਹੋ, ਜਾਂ ਫਿਰ ਤੁਸੀਂ ਟੋਫੂ ਦਾ ਸੈਲਡ ਬਣਾ ਕੇ ਲੈ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਤੁਹਾਨੂੰ ਫਿਲ ਵੀ ਕਰਾਊਗਾ, ਅੰਦਰ ਤੁਹਾਨੂੰ ਲੱਗੂਗਾ ਕਿ ਤੁਸੀਂ ਖਾ ਵੀ ਲਿਆ, ਤੇ ਪਲੱਸ ਤੁਹਾਡਾ weight ਵੀ ਨਹੀਂ ਵਧਣ ਦੂਗਾ, ਪਲੱਸ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਣ ਦੂਗਾ। मतलब इसी तरह असी समझदारी दे नाल काम लैके अपना वेट भी घटा सकते हैं ते साडे शरीर नूं कोई नुकसान भी नहीं होएगा। ते वेट घटाने लई असी देखिया कि वर्कआउट करदे बहुत सारे लोग है ना, ते जरूरी भी हुंदा है, ते ओहदे बिना वेट भी नहीं घटदा। ते जे असी वर्कआउट कर रहे हैं, कसरत कर रहे हैं या कोई भी हैवी एक्सरसाइज कर रहे हैं, तो उस तो पहला प्री वर्कआउट जिहड़ी डाइट है वो किद्दां दी होनी चाहिदी है? हाँ जी, क्योंकि जदों तुसी एक्सरसाइज करनी आ तो ऑब्वियसली तुहानूं एनर्जी चाहिदी है, ठीक है, क्योंकि जिम जाना, ਤੁਹਾਨੂੰ ਐਕਸਰਸਾਈਜ਼ ਕਰਨੀ, 1-2 ਘੰਟੇ ਤੁਸੀਂ ਐਕਸਰਸਾਈਜ਼ ਕਰਨੀ, ਤੁਹਾਨੂੰ એનર્ਜੀ ਚਾਹੀਦੀ। ਸੋ ਜਿਹੜਾ ਪ੍ਰੀ ਵਰਕਆਊਟ ਤੁਹਾਡੀ ਡਾਈਟ ਆ ਨਾ, ਉਹਦੇ ਵਿੱਚ ਕਾਰਬਸ ਹੋਣੇ ਬਹੁਤ ਜ਼ਰੂਰੀ ਆ।
ਠੀਕ ਹੈ। ਸੋ ਉਹਦੇ ਵਿੱਚ ਤੁਸੀਂ ਇਦਾਂ ਵੀ ਕਰ ਸਕਦੇ ਹੋ, ਇੱਕ ਬਨਾਨਾ ਖਾ ਕੇ ਜਾ ਸਕਦੇ ਹੋ, ਠੀਕ ਹੈ। ਤੁਸੀਂ ਕੋਈ ਵੀ ਫਰੂਟ ਚੂਜ਼ ਕਰ ਸਕਦੇ ਹੋ, ਤੁਸੀਂ ਮੈਂਗੋ ਦਾ ਬਾਉਲ ਖਾ ਕੇ ਜਾ ਸਕਦੇ ਹੋ, ਤੁਸੀਂ ਵਾਟਰਮੈਲਨ ਖਾ ਕੇ ਜਾ ਸਕਦੇ ਹੋ, ਠੀਕ ਹੈ। ਕੋਈ ਵੀ ਜਿਹੜਾ ਸੀਜ਼ਨਲ ਫਰੂਟ ਤੁਹਾਨੂੰ ਲੱਗਦਾ ਉਹ ਤੁਸੀਂ ਖਾ ਕੇ ਜਾ ਸਕਦੇ ਹੋ, ਠੀਕ ਹੈ। ਫਿਰ ਤੁਸੀਂ ਕੋਈ ਵੀ ਸੈਂਡਵਿਚ ਬਣਾ ਕੇ ਖਾ ਸਕਦੇ ਹੋ, ਪੀਨਟ ਬਟਰ ਜਿਹੜੇ ਅੱਜ ਕੱਲ੍ਹ ਬੜਾ ਟ੍ਰੈਂਡਿੰਗ ਆ, ਪੀਨਟ ਬਟਰ ਨਾਲ ਤੁਸੀਂ ਉਹ ਸੈਂਡਵਿਚ ਬਣਾ ਕੇ ਖਾ ਕੇ ਜਾ ਸਕਦੇ ਹੋ। ਕੋਈ ਵੀ ਤੁਸੀਂ ਸਮੂਦੀ ਬਣਾ ਸਕਦੇ ਹੋ, ਸਮੂਦੀ ਇਨ ਦਾ ਸੈਂਸ ਕਿ ਓਟਸ ਦੀ ਲੈ ਕੇ ਉਹਦੇ ਵਿੱਚ ਤੁਸੀਂ ਮਿਲਕ ਪਾ ਕੇ ਤੁਸੀਂ ਉਹ ਸਮੂਦੀ ਦਾ ਬਾਉਲ ਬਣਾ ਕੇ ਖਾ ਸਕਦੇ ਹੋ। ਜਾਂ ਫਿਰ ਤੁਸੀਂ ਕੋਈ ਵੀ ਸੈਲਡ ਜਿੱਦਾਂ ਹੁੰਦਾ ਕਿ ਸੈਲਡ ਫਾਰਮ ਜਿੱਦਾਂ ਕਿ ਪਨੀਰ ਦਾ ਸੈਲਡ ਕੋਈ ਸਬਜ਼ੀਆਂ ਦੇ ਨਾਲ ਉਹ ਤੁਸੀਂ ਬਣਾ ਕੇ ਖਾ ਸਕਦੇ ਹੋ। ਜਾਂ ਜੂਸਿਸ ਜਿਹੜੇ ਹੁੰਦੇ ਉਹ ਤੁਸੀਂ ਫਰੈਸ਼ ਜੂਸ ਜਿਹੜਾ ਹੁੰਦਾ ਉਹ ਤੁਸੀਂ ਲੈ ਸਕਦੇ ਹੋ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ એનર્ਜੀ ਦੇਣਗੀਆਂ। ਇਹ ਪ੍ਰੀ ਵਰਕਆਊਟ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਜੀ। ਹਾਂਜੀ ਜੀ, ਮਤਲਬ ਇਹ ਚੀਜ਼ਾਂ ਅਸੀਂ ਪ੍ਰੀ ਵਰਕਆਊਟ ਦੇ ਵਿੱਚ ਜੀ ਬਿਲਕੁਲ ਲੈ ਸਕਦੇ ਹਾਂ। ਤੇ ਜੇ ਗੱਲ ਇਹ ਕਰੀਏ ਕਿ ਜੇ ਅਸੀਂ ਹੈਵੀ ਐਕਸਰਸਾਈਜ਼ ਕਰ ਰਹੇ, ਕਸਰਤ ਕਰ ਰਹੇ, ਤੇ ਉਸ ਤੋਂ ਬਾਅਦ ਕਿੱਦਾਂ ਦੀ ਡਾਈਟ ਲਈਏ ਤਾਂ ਕਿ ਵਜ਼ਨ ਵੀ ਜਿਹੜਾ ਸਾਡਾ ਕੰਟਰੋਲ ਦੇ ਵਿੱਚ ਰਹੇ ਤੇ એનર્ਜੀ ਲੈਵਲ ਵੀ ਲੋ ਨਾ ਹੋਵੇ। ਹਾਂਜੀ, ਜਦੋਂ ਅਸੀਂ ਵਰਕਆਊਟ ਕਰ ਲੈਂਦੇ ਹਾਂ ਤੇ ਸਾਡੇ ਨਾ ਮਸਲਸ ਜਿਹੜੇ ਹੁੰਦੇ ਆ ਉਹ ਰਪਚਰ ਹੋ ਜਾਂਦੇ ਆ, ਮਸਲ ਦੀ ਟੀਅਰ ਹੋ ਜਾਂਦੀ ਆ। ਤੇ ਮਸਲ ਨੂੰ ਕਹਿ ਲਓ ਕਿ ਟੀਅਰ ਨੂੰ ਸਹੀ ਕਰਨ ਵਾਸਤੇ ਸਾਨੂੰ ਪ੍ਰੋਟੀਨ ਵਾਲੀ ਰਿਚ ਡਾਈਟ ਲੈਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਪ੍ਰੋਟੀਨ ਹੋਵੇ। ਉਹਦੇ ਲਈ ਪੋਸਟ ਵਰਕਆਊਟ ਤੋਂ ਬਾਅਦ ਅਸੀਂ ਪ੍ਰੋਟੀਨ ਸ਼ੇਕ ਵੀ ਲੈ ਸਕਦੇ ਹਾਂ। ਫਿਰ ਅਸੀਂ ਅਗਰ ਤੁਸੀਂ ਨੋਨ ਵੈਜੀਟੇਰੀਅਨ ਹੋ, ਤੁਸੀਂ ਚਿਕਨ ਲੈ ਸਕਦੇ ਹੋ, ਤੁਸੀਂ ਫਿਸ਼ ਲੈ ਸਕਦੇ ਹੋ, ਤੁਸੀਂ ਐਗ ਲੈ ਸਕਦੇ ਹੋ, ਐਗ ਵਾਈਟ ਲੈ ਸਕਦੇ ਹੋ। ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਸੋਇਆ ਪ੍ਰੋਟੀਨ ਲੈ ਸਕਦੇ ਹੋ, ਸੋਇਆ ਪ੍ਰੋਟੀਨ ਵਿੱਚ ਤੁਸੀਂ ਟੋਫੂ ਲੈ ਸਕਦੇ ਹੋ, ਤੁਸੀਂ ਸੋਇਆ ਦਾ ਮਿਲਕ ਲੈ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਇਹ ਵੀ ਲਾਈਕ ਨਹੀਂ ਕਰਦੇ ਤਾਂ ਤੁਸੀਂ ਜਿਹੜੀਆਂ ਦਾਲਾਂ ਹੁੰਦੀਆਂ ਤੁਸੀਂ ਦਾਲ ਦੇ ਬਾਉਲ ਆ ਕੇ ਲੈ ਸਕਦੇ ਹੋ। ਜਾਂ ਫਿਰ ਤੁਸੀਂ ਸਪਰਾਊਟਸ ਲੈ ਸਕਦੇ ਹੋ, ਮੂੰਗ ਦਾਲ ਸਪਰਾਊਟਸ ਹੋ ਗਏ। ਜਾਂ ਫਿਰ ਤੁਸੀਂ ਰਾਜਮਾ ਦਾ ਇੱਕ ਸੈਲਡ ਬਣਾ ਕੇ ਲੈ ਸਕਦੇ ਹੋ, ਜਾਂ ਫਿਰ ਰੌਂਗੀ ਦਾ ਸੈਲਡ ਬਣਾ ਕੇ ਲੈ ਸਕਦੇ ਹੋ, ਜਾਂ ਲੋਬੀਆ ਦਾ ਸੈਲਡ ਲੈ ਸਕਦੇ ਹੋ। ਮਤਲਬ ਹਾਈ ਪ੍ਰੋਟੀਨ ਤੁਸੀਂ ਡਾਈਟ ਲੈਣੀ ਹੁੰਦੀ ਹੈ ਆਫਟਰ ਵਰਕਆਊਟ ਜਿਹੜੀ ਬਿਲਕੁਲ ਠੀਕ ਗੱਲ ਹੈ। ਤੇ ਜੇ ਅੱਜ ਕੱਲ ਦੇ ਸਮੇਂ ਦੇ ਜਿੱਦਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਕਹਿੰਦੇ ਕਿ ਇਮਿਊਨਿਟੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜੇ ਕਈ ਬਿਮਾਰੀਆਂ ਜੇ ਕਰੋਨਾ ਦੇ ਨਾਲ ਹੋਰ ਸਾਰੀ ਬਿਮਾਰੀਆਂ ਨੂੰ ਜੇ ਅਸੀਂ ਆਪਣੇ ਤੋਂ ਦੂਰ ਕਰਨਾ ਤਾਂ ਇਮਿਊਨਿਟੀ ਦਾ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਮਿਊਨਿਟੀ ਸਾਡੀ ਸਟਰੋਂਗ ਰਹੇ ਇਹਦੇ ਲਈ ਅਸੀਂ ਕਿੱਦਾਂ ਦੀ ਡਾਈਟ ਲਈਏ? ਇਮਿਊਨਿਟੀ ਸਟਰੋਂਗ ਤੇ ਹੀ ਹੋ ਸਕਦੀ ਹੈ ਅਗਰ ਆਪਾਂ ਬੈਲੈਂਸਡ ਮੀਲ ਲਵਾਂਗੇ, ਅਗਰ ਉਹਦੇ ਵਿੱਚ ਕਾਰਬਸ ਵੀ ਬੈਲੈਂਸਡ ਫਾਰਮ 'ਚ ਹੋਣਗੇ, ਪ੍ਰੋਟੀਨਸ ਵੀ ਹੋਣਗੇ, ਫੈਟਸ ਵੀ ਹੋਣਗੇ, ਐਂਟੀਆਕਸੀਡੈਂਟਸ ਵੀ ਹੋਣਗੇ, ਔਰ ਸਾਡੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਆ ਕਿ ਜਿੱਦਾਂ ਕਿ ਮਿਨਰਲਸ ਹੋ ਗਏ, ਵਿਟਾਮਿਨਸ ਹੋ ਗਏ, ਉਹ ਵੀ ਹੋਣਗੇ। ਅਗਰ ਜਿੱਦਾਂ ਅਸੀਂ ਕਾਰਬਸ ਦੀ ਗੱਲ ਕਰੀਏ, ਸਾਡੇ ਕਾਰਬਸ ਜਿਹੜੇ ਕੰਪਲੈਕਸ ਕਾਰਬਸ ਹੋਣੇ ਚਾਹੀਦੇ, ਜਿੱਦਾਂ ਕਿ ਅਸੀਂ ਕਿਨਵਾ ਲੈ ਸਕਦੇ ਹਾਂ, ਬਰਾਊਨ ਰਾਈਸ ਲੈ ਸਕਦੇ ਹਾਂ, ਮਲਟੀਗ੍ਰੇਨ ਰੋਟੀ ਲੈ ਸਕਦੇ ਹਾਂ, ਜਵਾਰ ਦੀ ਰੋਟੀ ਲੈ ਸਕਦੇ ਹਾਂ, ਠੀਕ ਹੈ। ਅਗਰ ਅਸੀਂ ਪ੍ਰੋਟੀਨਸ ਦੀ ਗੱਲ ਕਰੀਏ, ਡੇਰੀ ਪ੍ਰੋਡਕਟਸ ਜਿਹੜੇ ਹੁੰਦੇ ਆ ਅਸੀਂ ਉਹ ਲੈ ਸਕਦੇ ਹਾਂ, ਜਾਂ ਫਿਰ ਦਾਲਾਂ ਲੈ ਸਕਦੇ ਹਾਂ ਪ੍ਰੋਟੀਨਸ ਦੇ ਵਿੱਚ, ਜਾਂ ਫਿਰ ਸੋਇਆ ਪ੍ਰੋਟੀਨ ਜਿਹੜੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਲੈ ਸਕਦੇ ਹਾਂ। ਅਗਰ ਅਸੀਂ ਫੈਟਸ ਦੀ ਗੱਲ ਕਰੀਏ ਤਾਂ ਜਿੰਨੇ ਸੀਡਸ ਹੁੰਦੇ ਨਾ, ਜਿੱਦਾਂ ਕਿ ਪੰਪਕਿਨ ਸੀਡਸ ਹੋ ਗਿਆ ਜਾਂ ਫਲੈਕਸ ਸੀਡਸ ਹੋ ਗਏ, ਇਹਨਾਂ ਤੋਂ ਸਾਨੂੰ ਗੁੱਡ ਵਾਲੇ ਫੈਟਸ ਮਿਲਦੇ ਆ। ਇਹ ਸੀਡਸ ਆਪਣੀ ਡਾਈਟ ਦੇ ਵਿੱਚ ਜ਼ਰੂਰ ਇਨਕੋਰਪੋਰੇਟ ਕਰਨੇ ਚਾਹੀਦੇ ਆ। ਤੇ ਅਗਰ ਅਸੀਂ ਐਂਟੀਆਕਸੀਡੈਂਟਸ ਦੀ ਗੱਲ ਕਰੀਏ, ਸਾਨੂੰ ਗ੍ਰੀਨ ਟੀ ਜ਼ਰੂਰ ਲੈਣੀ ਚਾਹੀਦੀ, ਇੱਕ ਵਾਰੀ ਗ੍ਰੀਨ ਟੀ ਜ਼ਰੂਰ ਲੈਣੀ ਚਾਹੀਦੀ, ਕਿਉਂਕਿ ਗ੍ਰੀਨ ਟੀ ਜਿਹੜੀ ਤੁਹਾਡੇ ਜਿਹੜੇ ਟੌਕਸਿਨਸ ਆ ਉਹਨੂੰ ਫਲਸ਼ ਆਊਟ ਕਰਦੀ ਹੈ। ਫਿਰ ਅਗਰ ਅਸੀਂ ਮਿਨਰਲ ਵਾਈਟਾਮਿਨਸ ਦੀ ਗੱਲ ਕਰੀਏ ਤਾਂ ਸਾਨੂੰ ਜਿਹੜੀ ਗ੍ਰੀਨ ਲੀਫੀ ਵੈਜੀਟੇਬਲਸ ਆ ਜਾਂ ਚੀਆ ਸੀਡਸ ਆ, ਇਹ ਚੀਜ਼ਾਂ ਸਾਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਲੈਣੀਆਂ ਚਾਹੀਦੀਆਂ। ਇਹ ਕਿਉਂ ਮੈਂ ਕਹਿ ਰਹੀ ਕਿ ਬੈਲੈਂਸਡ ਫਾਰਮ 'ਚ ਹੋਣੀਆਂ ਚਾਹੀਦੀਆਂ, ਕਿਉਂਕਿ ਅਗਰ ਅਸੀਂ ਡਾਈਟ ਦੇ ਵਿੱਚ ਕਾਰਬਸ ਨਹੀਂ ਲਵਾਂਗੇ ਜਾਂ ਪ੍ਰੋਟੀਨ ਨਹੀਂ ਲਵਾਂਗੇ, ਇਕੱਲੇ ਅਸੀਂ ਫੈਟਸ ਲੈ ਰਹੇ ਹਾਂ, ਠੀਕ ਆ। ਆਯੁਰਵੇਦਾ ਬਿਲੀਵ ਕਰਦਾ ਕਿ ਆਯੁਰਵੇਦਾ ਦੇ ਵਿੱਚ 7 ਤਰ੍ਹਾਂ ਦੇ ਧਾਤੂ ਹੁੰਦੇ ਆ, ਜਿੱਦਾਂ ਕਿ ਰਸ, ਰਕਤ, ਮਾਂਸ, ਮੇਦ, ਅਸਥੀ, ਮজ্ਜਾ, ਸ਼ੁਕਰ। ਅਗਰ ਅਸੀਂ ਇਕੱਲੇ ਫੈਟਸ ਹੀ ਲਵਾਂਗੇ ਤੇ ਸਾਡੀ ਜਦੋਂ ਅਸੀਂ ਫੂਡ ਖਾਵਾਂਗੇ ਫੈਟ ਵਾਲਾ, ਪਹਿਲਾਂ ਉਹਦਾ ਰਸ ਬਣੂਗਾ, ਫਿਰ ਰਕਤ ਬਣੂਗਾ, ਫਿਰ ਮਾਂਸ ਬਣੂਗਾ। ਉਹ ਮਾਂਸ ਜਿਹੜਾ ਮਤਲਬ ਕਿ ਫੈਟ ਤੁਸੀਂ ਜਿਹੜਾ ਫੈਟ ਖਾਦਾ ਉਹ ਫੈਟ ਤੱਕ ਆ ਕੇ ਟਿਕ ਜੂਗਾ, ਉਹਦੀ ਅੱਗੇ ਕਨਵਰਜਨ ਨਹੀਂ ਹੋਊਗੀ। ਤੇ ਅਗਰ ਕਨਵਰਜਨ ਨਹੀਂ ਹੋਗੀ ਅੱਗੇ ਕਿਸੇ ਧਾਤੂ 'ਚ ਤਾਂ ਰਸ, ਰਕਤ, ਮਾਂਸ, ਮੇਦ, ਅਸਥੀ, ਮজ্ਜਾ, ਸ਼ੁਕਰ ਤੋਂ ਬਾਅਦ ਇਮਿਊਨਿਟੀ ਬਣਨੀ ਤੇ ਤੁਹਾਡੀ ਇਮਿਊਨਿਟੀ ਨਹੀਂ ਬਣੇਗੀ। ਹਾਂਜੀ, ਇਸ ਕਰਕੇ ਤੁਹਾਨੂੰ ਬੈਲੈਂਸਡ ਮੀਲ ਲੈਣੇ ਚਾਹੀਦੇ ਆ ਕਿ ਜਿਹੜੀ ਤੁਹਾਡੀ ਸ਼ੁਕਰ ਧਾਤੂ ਤੱਕ ਜਾ ਕੇ ਉਸ ਤੋਂ ਬਾਅਦ ਉਹਦੀ ਕਨਵਰਜਨ ਤੁਹਾਡੀ ਬਲਾ ਜਿਹੜੀ ਤੁਹਾਡੀ ਇਮਿਊਨਿਟੀ ਜਿਹੜੀ ਆ ਬਣੇ। ਬਿਲਕੁਲ ਠੀਕ ਗੱਲ ਹੈ। ਤੇ ਡਾਈਟ ਦੀ ਜਿਸ ਤਰ੍ਹਾਂ ਡਾਕਟਰ ਪੁਨੀਤ ਅਸੀਂ ਗੱਲ ਕਰ ਰਹੇ ਹਾਂ, ਤੇ ਪਾਣੀ ਦੀ ਜੇ ਗੱਲ ਕਰਾਂ, ਹਾਂਜੀ, ਪਾਣੀ ਸਾਡੇ ਲਈ ਬਹੁਤ ਫਾਇਦੇਮੰਦ ਹੈ, ਅਸੀਂ ਸਾਰੇ ਹੀ ਜਾਣਦੇ ਹਾਂ। ਆਮ ਤੌਰ ਤੇ ਇਹ ਵੀ ਸੁਣਿਆ ਗਿਆ ਕਿ ਜ਼ਿਆਦਾ ਪਾਣੀ ਜਿਹੜਾ ਉਹ ਪੀਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਤੇ ਸਾਡੀ ਸਕਿਨ ਲਈ ਵੀ ਬਹੁਤ ਅੱਛਾ ਜ਼ਿਆਦਾ ਪਾਣੀ ਪੀਣਾ। ਪਹਿਲੇ ਤਾਂ ਇਹੀ ਜਾਣਾਂਗੇ ਕਿ ਕਿੰਨਾ ਪਾਣੀ ਜਿਹੜਾ ਸਾਨੂੰ ਪੀਣਾ ਚਾਹੀਦਾ। ਆਯੁਰਵੇਦ ਦੇ ਵਿੱਚ ਨਾ ਪਾਣੀ ਨੂੰ ਇੱਕ ਬੜਾ ਕਹਿ ਲਓ ਮੇਜਰ ਰੋਲ ਆ ਕਿ ਪਾਣੀ ਨੂੰ ਕਿੱਦਾਂ ਪੀਣਾ ਚਾਹੀਦਾ ਤੇ ਕਿੰਨਾ ਪੀਣਾ ਚਾਹੀਦਾ। ਅਗਰ ਆਯੁਰਵੇਦ ਦੀ ਅਗਰ ਗੱਲ ਕਰੀਏ ਤਾਂ ਆਯੁਰਵੇਦ ਬਿਲੀਵ ਕਰਦਾ ਕਿ ਜਿਹੜਾ ਪਾਣੀ ਆ ਨਾ, ਇੱਕ ਤੇ ਪਹਿਲਾਂ ਖੜੇ ਹੋ ਕੇ ਨਹੀਂ ਪੀਣਾ ਚਾਹੀਦਾ, ਤੁਹਾਨੂੰ ਹਮੇਸ਼ਾ ਬੈਠ ਕੇ ਪਾਣੀ ਪੀਣਾ ਚਾਹੀਦਾ। ਤੇ ਪਾਣੀ ਤੁਹਾਨੂੰ ਇੱਕਦਮ ਇੱਦਾਂ ਨਹੀਂ ਪੀਣਾ ਚਾਹੀਦਾ ਕਿ ਤੁਸੀਂ ਆਏ ਹੋ ਤੇ ਗਲਾਸ ਫੜਿਆ ਤੇ ਇੱਕਦਮ ਤੁਸੀਂ ਗਲਪ ਕਰਕੇ ਪਾਣੀ ਪੀਂਦੇ ਪਏ, ਤੁਹਾਨੂੰ ਸਿਪ ਕਰਕੇ ਆਰਾਮ ਨਾਲ ਬੈਠ ਕੇ ਪਾਣੀ ਪੀਣਾ ਚਾਹੀਦਾ, ਠੀਕ ਹੈ। ਫਿਰ ਇੱਦਾਂ ਵੀ ਹੈ ਕਿ ਅਗਰ ਤੁਸੀਂ ਸਪੋਜ਼ਿੰਗਲੀ ਕਿਤੋਂ ਧੁੱਪ ਤੋਂ ਆਏ ਹੋ ਬਾਹਰੋਂ ਤੇ ਤੁਹਾਨੂੰ ਇੱਦਾਂ ਨਹੀਂ ਹੈ ਕਿ ਤੁਸੀਂ ਫ੍ਰਿਜ 'ਚੋਂ ਠੰਡਾ ਪਾਣੀ ਕੱਢਿਆ ਤਾਂ ਤੁਸੀਂ ਪੀ ਲਓ, ਕਿਉਂਕਿ ਤੁਹਾਡੀ ਬਾਡੀ ਦੀ ਆਲਰੇਡੀ ਤੁਹਾਡੀ ਬਾਡੀ 'ਚ ਹੀਟ ਹੈਗੀ, ਕਿਉਂਕਿ ਮਨ ਕਰਦਾ ਨਾ ਕਿ ਇੱਕਦਮ ਆਏ ਆਪਾਂ ਠੰਡਾ ਪਾਣੀ ਪੀਏ, ਬਟ ਸਾਨੂੰ ਨੋਰਮਲ ਪਾਣੀ ਹੀ ਉਸ ਟਾਈਮ ਤੇ ਵੀ ਪੀਣਾ ਚਾਹੀਦਾ, ਕਿਉਂਕਿ ਨਹੀਂ ਤੇ ਤੁਹਾਡੀ ਬਾਡੀ ਜਿਹੜੀ ਆ ਉਹਦੇ ਵਿੱਚ ਟੌਕਸਿਨਸ ਬਣ ਸਕਦੇ ਆ, ਠੀਕ ਆ। ਫਿਰ ਜਿਹੜਾ ਆਯੁਰਵੇਦਾ ਬਿਲੀਵ ਕਰਦਾ ਕਿ ਜਿਹੜਾ ਤੁਹਾਡਾ
ਜਿਹੜਾ ਪਾਣੀ ਹੈ ਨਾ ਤੁਹਾਨੂੰ ਓਨਾ ਹੀ ਪੀਣਾ ਚਾਹੀਦਾ ਜਿੰਨੀ ਤੁਹਾਨੂੰ ਥਰਸਟ ਹੈਗੀ, ਜਿੰਨੀ ਜਿੰਨੀ ਤੁਹਾਨੂੰ ਪਿਆਸ ਪਿਆਸ ਲੱਗੀ ਹੈਗੀ ਆ। ਜੀ। ਅਗਰ ਤੁਸੀਂ ਉਸ ਤੋਂ ਜ਼ਿਆਦਾ ਪਾਣੀ ਪੀਂਦੇ ਉਹਦਾ ਵੀ ਤੁਹਾਨੂੰ ਕੋਈ ਫਾਇਦਾ ਨਹੀਂ। ਅਗਰ ਜਿੰਨੀ ਦੇਰ ਅਗਰ ਤੁਹਾਨੂੰ weight loss ਕਰਨਾ ਫਿਰ ਤੁਸੀਂ ਪਾਣੀ ਤੁਹਾਡਾ ਹੈਗਾ ਕਿ 3 ਲੀਟਰ ਰეკਮੈਂਡਡ ਹੁੰਦਾ ਕਿ ਤੁਸੀਂ ਇੰਨਾ ਪਾਣੀ ਪੀਣਾ, ਕਿਉਂਕਿ ਤੁਹਾਡੀ ਬਾਡੀ 'ਚੋਂ ਅਸੀਂ ਟੌਕਸਿਨਸ ਫਲਸ਼ ਆਊਟ ਕਰਨੇ। ਬਟ ਅਗਰ ਤੁਹਾਨੂੰ weight loss ਨਹੀਂ ਕਰਨਾ, ਤੁਸੀਂ ਨਾਰਮਲ ਬੀਇੰਗ ਹੈਗੇ ਹੋ, ਤਾਂ ਤੁਸੀਂ ਸਿਰਫ ਓਨਾ ਹੀ ਪਾਣੀ ਪੀਓ ਜਿੰਨੀ ਤੁਹਾਨੂੰ ਪਿਆਸ ਲੱਗ ਰਹੀ ਹੈ। ਠੀਕ ਆ। ਫਿਰ ਅਗਰ ਅਸੀਂ ਪਾਣੀ ਦੀ ਗੱਲ ਕਰੀਏ, ਰੋਟੀ ਖਾਣ ਤੋਂ 1 ਘੰਟਾ ਪਹਿਲਾਂ ਤੇ ਰੋਟੀ ਖਾਣ ਤੋਂ 1 ਘੰਟਾ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਹਾਂਜੀ। ਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਨਹੀਂ ਪੀਣਾ ਹੁੰਦਾ, ਕਿਉਂਕਿ ਉਹਦੇ ਨਾਲ ਵੀ ਇਦਾਂ ਕਿ ਤੁਹਾਨੂੰ ਬਾਰ-ਬਾਰ ਯੂਰੀਨੇਸ਼ਨ ਹੋਊਗੀ ਐਂਡ ਤੁਹਾਡੀ ਜਿਹੜੀ ਸਲੀਪ ਡਿਸਟਰਬ ਹੋਏਗੀ। ਬਿਲਕੁਲ ਬਿਲਕੁਲ ਠੀਕ ਗੱਲ ਹੈ। ਤੇ ਪਾਣੀ ਦੀ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਤੇ ਇਸੇ ਤਰ੍ਹਾਂ ਅਸੀਂ ਸੁਣਿਆ ਕਿ ਲੈਮਨ ਵਾਟਰ ਜੇ ਅਸੀਂ ਲੈਂਦੇ ਹਾਂ, ਹੈ ਨਾ, ਨਿੰਬੂ ਵਾਲਾ ਜਿਹੜਾ ਪਾਣੀ ਹੁੰਦਾ ਹੈ, ਪਹਿਲੇ ਤਾਂ ਨਿੰਬੂ ਵਾਲਾ ਪਾਣੀ ਜੇ ਅਸੀਂ ਨਿੰਬੂ ਪਾਣੀ ਨੂੰ ਜਿੱਦਾਂ ਅਸੀਂ ਸ਼ਿਕੰਜਵੀ ਬਣਾਉਂਦੇ ਹਾਂ ਉਹਨੂੰ ਹੀ ਕਵਾਂਗੇ ਕਿ ਇਹ ਸਿਰਫ ਨਿੰਬੂ ਨਿਚੋੜਨਾ ਹੈ ਪਾਣੀ 'ਚ, ਤੇ ਕਿਹਾ ਜਾਂਦਾ ਹੈ ਕਿ ਬਹੁਤ ਫਾਇਦੇ ਨੇ ਉਹਦੇ। ਬਿਲਕੁਲ ਹਾਂਜੀ। ਅਗਰ ਅਸੀਂ ਲੈਮਨ ਵਾਟਰ ਇਨਕੋਰਪੋਰੇਟ ਕਰਦੇ ਹਾਂ, ਪਹਿਲਾ ਫਾਇਦਾ ਤੇ ਇਹ ਆ ਕਿ ਉਹ ਤੁਹਾਡਾ ਕੋਲੇਸਟ੍ਰੋਲ ਨੂੰ ਕਦੀ ਨਹੀਂ ਵਧਣ ਦੇਊਗਾ, ਤੁਹਾਡਾ ਕੋਲੇਸਟ੍ਰੋਲ ਜਿਹੜਾ ਇਨ ਰੇਂਜ ਰਹੂਗਾ। ਅਗਰ ਤੁਸੀਂ ਨਿੰਬੂ ਦਾ ਪਾਣੀ ਲੈਂਦੇ ਹੋ ਤਾਂ ਤੁਹਾਡੀ ਜਿਹੜਾ weight ਆ ਉਹ ਵੀ ਨਹੀਂ ਕਦੀ ਵਧੂਗਾ, ਤੁਹਾਡਾ weight ਹਮੇਸ਼ਾ ਐਪਰੋਪ੍ਰੀਏਟ ਰਹੂਗਾ। ਅਗਰ ਤੁਹਾਡਾ weight ਵਧਿਆ ਵੀ ਤਾਂ ਅਗਰ ਤੁਸੀਂ ਨਿੰਬੂ ਦਾ ਪਾਣੀ ਲੈਂਦੇ ਹੋ ਤਾਂ ਤੁਹਾਡਾ weight ਜਿਹੜਾ ਵਾ ਗਿਰੂਗਾ। ਠੀਕ ਹੈ। ਹੋਰ ਨਿੰਬੂ ਦਾ ਜਿਹੜਾ ਪਾਣੀ, ਅਗਰ ਤੁਹਾਨੂੰ ਹਾਰਟ ਦੀ ਪ੍ਰੋਬਲਮ ਆ ਤਾਂ ਤੁਹਾਡੀ ਉਹ ਪ੍ਰੋਬਲਮ ਵੀ ਸਬਸਾਈਡ ਹੋਊਗੀ, ਕਿਉਂਕਿ ਜਿਹੜਾ ਨਿੰਬੂ ਆ ਨਾ, ਇਹ ਹਾਰਟ ਵਾਸਤੇ ਜਿਹੜੀ ਕੋਲੇਸਟ੍ਰੋਲ ਜਿਹੜੀ ਹਾਰਟ ਦੀਆਂ ਜਿਹੜੀਆਂ ਆਰਟਰੀਜ਼ ਹੁੰਦੀਆਂ ਉਹਦੇ ਵਿੱਚ ਜਿਹੜਾ ਕੋਲੇਸਟ੍ਰੋਲ ਜੰਮ ਜਾਂਦਾ ਨਾ, ਉਹਨੂੰ ਸਬਸਾਈਡ ਕਰਦਾ ਵਾ। ਅੱਛਾ। ਹਾਂਜੀ। ਤੇ ਮਤਲਬ ਨਿੰਬੂ ਪਾਣੀ ਜੇ ਅਸੀਂ ਲੈਂਦੇ ਹਾਂ ਤਾਂ ਇਹਦਾ ਬਹੁਤ ਬੈਨੀਫਿਟਸ ਨੇ। ਇਸੇ ਤਰ੍ਹਾਂ ਜੇ ਅਦਰਕ ਵਾਲਾ ਪਾਣੀ ਅਸੀਂ ਲੈਂਦੇ ਹਾਂ ਨਾ, ਅਦਰਕ ਵਾਲਾ ਪਾਣੀ ਨੂੰ ਵੀ ਕਿਹਾ ਜਾਂਦਾ ਹੈ ਕਿ ਬਹੁਤ ਫਾਇਦਾ ਹੈ ਇਹਦਾ ਸਰੀਰ ਨੂੰ। ਹਾਂਜੀ। ਅਗਰ ਅਸੀਂ ਅਦਰਕ ਦਾ ਪਾਣੀ ਲੈਂਦੇ, ਜਿੱਦਾਂ ਕਿ ਹੁੰਦਾ ਨਾ ਕਈਆਂ ਨੂੰ ਖਾਣਾ ਖਾਣ ਤੋਂ ਬਾਅਦ ਇੱਕਦਮ ਗੈਸ ਦੀ ਬਣ ਜਾਂਦੀ, ਜਾਂ ਫਲੈਟਲੈਂਸ ਹੋ ਜਾਂਦੀ, ਜਾਂ ਇਦਾਂ ਲੱਗਦਾ ਕਿ ਖਾਣਾ ਉੱਪਰ ਹੀ ਆ ਰਿਹਾ ਵਾ, ਡਾਈਜੈਸਟ ਨਹੀਂ ਹੋਇਆ। ਕਈਆਂ ਨੂੰ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਨਾ, ਅਗਰ ਅਸੀਂ ਉਹਨਾਂ ਦੀ ਡਾਈਟ ਵਿੱਚ ਅਦਰਕ ਦਾ ਪਾਣੀ ਇਨਕੋਰਪੋਰੇਟ ਕਰੀਏ ਤਾਂ ਉਹਨਾਂ ਦੀ ਇਹ ਪ੍ਰੋਬਲਮ ਬਿਲਕੁਲ ਸਹੀ ਹੁੰਦੀ ਹੈ, ਕਿਉਂਕਿ ਅਦਰਕ ਜਿਹੜਾ ਦੀਪਨ ਪਾਚਨ ਦਾ ਕੰਮ ਕਰਦਾ, ਤੁਹਾਡੀ ਜਿਹੜੀ ਡਾਈਜੈਸ਼ਨ ਫਾਇਰ ਆ ਉਹਨੂੰ ਫਾਸਟ ਕਰਦਾ, ਜਿਹੜੀ ਤੁਹਾਡੀ ਅਗਨੀ ਆ ਉਹਨੂੰ ਫਾਸਟ ਕਰਦਾ, ਤੇ ਤੁਹਾਡੀ ਜਿਹੜੀ ਡਾਈਜੈਸ਼ਨ 'ਚ ਹੈਲਪ ਕਰਦਾ, ਮੈਟਾਬੋਲਿਜ਼ਮ ਨੂੰ ਬੂਸਟ ਕਰਦਾ। ਇਸ ਕਰਕੇ ਜਿਹੜਾ ਅਗਰ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਬਲੋਟਿੰਗ ਦੀ, ਉਹਨਾਂ ਦੀ ਡਾਈਟ ਵਿੱਚ ਅਗਰ ਅਸੀਂ ਅਦਰਕ ਦਾ ਪਾਣੀ ਪਾਉਂਦੇ ਤਾਂ ਉਹ ਪ੍ਰੋਬਲਮ ਸਬਸਾਈਡ ਹੁੰਦੀ ਹੈ, ਠੀਕ ਹੋ ਸਕਦੀ ਹੈ। ਤੇ ਇਸੇ ਤਰ੍ਹਾਂ ਜੇ ਪੁਦੀਨਾ ਦੀ ਅਸੀਂ ਗੱਲ ਕਰੀਏ, ਮਿੰਟ ਵਾਟਰ ਦੀ, ਹੈ ਨਾ, ਪੁਦੀਨੇ ਵਾਲਾ ਜਿਹੜਾ ਪਾਣੀ ਉਹ ਕਿੱਦਾਂ ਫਾਇਦਾ ਸਾਨੂੰ ਦੇ ਸਕਦਾ? ਪੁਦੀਨੇ ਦਾ ਪਾਣੀ, ਜਿੱਦਾਂ ਕਿ ਜਿਨ੍ਹਾਂ ਦੀ ਪ੍ਰਕਿਰਤੀ ਹੁੰਦੀ, ਜਿੱਦਾਂ ਕਿ 3 ਤਰ੍ਹਾਂ ਦੇ ਦੋਸ਼ ਹੁੰਦੇ ਆ, ਵਾਤ ਪਿੱਤ ਕਫ, ਜਿਨ੍ਹਾਂ ਦੀ ਪ੍ਰਕਿਰਤੀ ਪਿੱਤਾ ਹੁੰਦੀ ਆ, ਜਿਨ੍ਹਾਂ ਦੀ ਬਾਡੀ 'ਚ ਹੀਟ ਬਹੁਤ ਜ਼ਿਆਦਾ ਹੁੰਦੀ ਆ, ਅਗਰ ਅਸੀਂ ਉਹਨਾਂ ਨੂੰ ਪੁਦੀਨੇ ਦਾ ਪਾਣੀ ਦੇਵਾਂਗੇ ਗਰਮੀਆਂ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਉਹ ਪਿੱਤਾ ਦੋਸ਼ ਆ ਵਾ ਨਾ, ਸਬਸਾਈਡ ਹੁੰਦਾ, ਕਿ ਉਹਨਾਂ ਦੇ ਬਾਡੀ ਦੇ ਵਿੱਚ ਜਿਹੜੀ ਗਰਮੀ ਆ ਉਹ ਸਬਸਾਈਡ ਹੁੰਦੀ। ਪਲੱਸ ਜਿਹੜਾ ਪੁਦੀਨਾ ਵਾ ਉਹ ਵੈਸੇ ਵੀ ਤੁਹਾਡੀ ਜਿਹੜੀ ਡਾਈਜੈਸ਼ਨ ਆ ਉਹਨੂੰ ਸਹੀ ਕਰਦਾ ਵਾ, ਤੁਹਾਡੀ ਡਾਈਜੈਸ਼ਨ ਨੂੰ ਬੂਸਟ ਅਪ ਕਰਦਾ, ਪਲੱਸ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਵਾ ਜੀ। ਤੇ ਇਸੇ ਤਰ੍ਹਾਂ ਕੈਰਟ ਸੀਡਸ ਵਾਟਰ ਹੈ ਨਾ, ਇਹਦੇ ਬਾਰੇ ਵੀ ਕਾਫੀ ਸੁਣਿਆ ਕਿ ਇਹ ਵੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਹਾਂਜੀ। ਕੈਰਟ ਸੀਡਸ ਵਾਟਰ ਅਸੀਂ ਉਹਨਾਂ ਦੀ ਡਾਈਟ ਵਿੱਚ ਇਨਕੋਰਪੋਰੇਟ ਕਰਦੇ ਹਾਂ ਜਿਨ੍ਹਾਂ ਨੂੰ PCOD ਦੀ ਪ੍ਰੋਬਲਮ ਹੁੰਦੀ ਹੈ। ਜਿਹੜੀ ਲੇਡੀਜ਼ ਨੂੰ ਕਾਫੀ ਦੇਰ ਤੋਂ 2-2 3-3 ਸਾਲ ਤੋਂ ਪੀਰੀਅਡਸ ਨਹੀਂ ਆਉਂਦੇ ਹੈਗੇ, ਅਸੀਂ ਅਗਰ ਉਹਨਾਂ ਦੀ ਡਾਈਟ ਦੇ ਵਿੱਚ ਕੈਰਟ ਸੀਡਸ ਦੇ ਪਾਣੀ ਅਗਰ ਅਸੀਂ ਇਨਕੋਰਪੋਰੇਟ ਕਰਦੇ ਹਾਂ ਤਾਂ ਉਹਨਾਂ ਦਾ ਵਿਦਿਨ 1 ਜਾਂ 2 ਮੰਥਸ ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਜਿਹੜੀ ਸਹੀ ਹੋ ਜਾਂਦੀ ਹੈ। ਕਿਉਂਕਿ ਕਈਆਂ ਨੂੰ ਕਿਉਂਕਿ PCOD ਅੱਜ ਕੱਲ੍ਹ ਬਹੁਤ ਟ੍ਰੈਂਡਿੰਗ ਆ, ਲੋਕਾਂ ਨੂੰ ਲੇਡੀਜ਼ ਨੂੰ ਅੱਜ ਕੱਲ੍ਹ 2 ਜਾਂ 3 ਸਾਲ, ਜਾਂ ਕਈਆਂ ਨੂੰ ਇੱਦਾਂ ਹੁੰਦਾ ਕਿ ਇੱਕ ਦਿਨ ਪੀਰੀਅਡਸ ਆ ਗਏ, ਫਿਰ 2 ਮਹੀਨੇ ਪੀਰੀਅਡਸ ਨਹੀਂ ਆਉਂਦੇ, ਫਿਰ 3rd ਮੰਥ ਜਾ ਕੇ ਪੀਰੀਅਡ ਹੁੰਦੇ। ਉਹ ਜਿਹੜੀ ਪ੍ਰੋਬਲਮ ਆ ਕੈਰਟ ਸੀਡਸ ਪਾਣੀ ਨਾਲ ਸਬਸਾਈਡ ਹੋ ਜਾਂਦੀ ਹੈ, ਸਬਸਾਈਡ ਜਿਹੜੀ ਹੋ ਜਾਂਦੀ ਹੈ। ਇਸ ਤਰ੍ਹਾਂ ਗੱਲ ਜੇ ਕਰੀਏ ਕਿ ਮੌਸਮ ਬਦਲਦਾ ਹੈ ਜਿੱਦਾਂ, ਤੇ ਮੌਸਮ ਦੇ ਬਦਲਣ ਦਾ ਸਰੀਰ ਤੇ ਕਿੱਦਾਂ ਅਸਰ ਪੈਂਦਾ, ਆਯੁਰਵੇਦਾ ਕੀ ਕਹਿੰਦਾ ਇਸ ਬਾਰੇ? ਹਾਂਜੀ। ਜਦੋਂ ਮੌਸਮ ਬਦਲਦਾ ਤੇ ਜਿਹੜੇ ਦੋਸ਼ਾਜ਼ ਆ ਉਹ ਵੀ ਬਦਲਦੇ ਆ। ਠੀਕ ਆ। ਜਿੱਦਾਂ ਅਗਰ ਅਸੀਂ ਗੱਲ ਕਰੀਏ, ਜਦੋਂ ਨਵੰਬਰ ਦਸੰਬਰ ਦਾ ਵੈਦਰ ਹੁੰਦਾ, ਉਦੋਂ ਉਹਨੂੰ ਉਸ ਟਾਈਮ ਦੇ ਵਿੱਚ ਕੀ ਹੁੰਦਾ, ਜਿਹੜਾ ਦੋਸ਼ ਹੁੰਦਾ ਵਾ, ਕਫ ਜਿਹੜਾ ਦੋਸ਼ਾ ਹੁੰਦਾ ਉਹ ਐਗਰੀਵੇਟ ਹੋ ਜਾਂਦਾ। ਠੀਕ ਆ। ਤੇ ਜਦੋਂ ਵਸੰਤ ਰਿਤੂ ਆਉਂਦੀ ਆ, ਜਿਹੜੀ ਕਿ ਜਿਹਨੂੰ ਅਸੀਂ ਸਪ੍ਰਿੰਗ ਸੀਜ਼ਨ ਕਹਿੰਦੇ ਆ, ਉਸ ਟਾਈਮ ਤੇ ਕੀ ਹੁੰਦਾ ਕਿ ਜਿਹੜਾ ਕਫ ਦੋਸ਼ਾ ਵਾ ਉਹ ਪੂਰੀ ਤਰ੍ਹਾਂ ਐਗਰੀਵੇਟ ਹੋ ਜਾਂਦਾ। ਅਗਰ ਅਸੀਂ ਉਸ ਟਾਈਮ ਤੇ ਕਫਾਂ ਵਾਲੀਆਂ ਚੀਜ਼ਾਂ ਖਾਵਾਂਗੇ, ਕਿ ਉਹ ਚੀਜ਼ਾਂ ਖਾਵਾਂਗੇ ਜਿਹਦੇ ਨਾਲ ਸਾਡੇ ਬੋਡੀ ਦੇ ਵਿੱਚ ਕਫ ਜਿਹੜਾ ਹੋਰ ਵਧੂਗਾ, ਜਿੱਦਾਂ ਕਿ ਆਪਾਂ ਤਲਿਆ ਖਾਵਾਂਗੇ ਜਾਂ ਫਿਰ ਆਪਾਂ ਆਇਲੀ ਖਾਵਾਂਗੇ, ਤੇ ਸਾਡਾ ਆਲਰੇਡੀ ਮੌਸਮ ਦੇ ਵਿੱਚ ਵੀ ਕਫ ਜਿਹੜਾ ਵਧਿਆ ਹੋਇਆ, ਤੇ ਸਾਡੀ ਬਾਡੀ ਦੇ ਵਿੱਚ ਵੀ ਕਫ ਜਿਹੜਾ ਦੋਸ਼ ਆ ਵਧੂਗਾ, ਤੇ ਸਾਡੀ ਪ੍ਰੋਬਲਮ ਹੋਰ ਐਗਰੀਵੇਟ ਹੋ ਜੂਗੀ। ਕਿਉਂਕਿ ਤੁਸੀਂ ਸੁਣਿਆ ਹੀ ਹੋਣਾ ਕਿ ਜਦੋਂ ਵਸੰਤ ਰਿਤੂ ਆਉਂਦੀ ਆ ਤੇ ਅਕਸਰ ਹੁੰਦਾ ਕੋਲਡ ਹੋ ਜਾਂਦਾ, ਕਫ ਹੋ ਜਾਂਦਾ, ਬਿਮਾਰ, ਕਿਉਂਕਿ ਆਪਾਂ ਕਹਿੰਦੇ ਨਾ ਕਿ ਸੀਜ਼ਨ ਚੇਂਜ ਹੋਇਆ, ਸਾਨੂੰ ਵਾਇਰਲ ਹੋ ਗਿਆ। ਉਹ ਵਾਇਰਲ ਇਸ ਕਰਕੇ ਹੁੰਦਾ ਕਿਉਂਕਿ ਅਸੀਂ ਆਪਣੀ ਜਿਹੜੀ ਡਾਈਟਰੀ ਜਿਹੜੀ ਚੀਜ਼ ਆ ਉਹਨੂੰ ਅਸੀਂ ਮੋਡੀਫਾਈ ਨਹੀਂ ਕਰਦੇ, ਅਸੀਂ ਕਫਾ ਆਲਰੇਡੀ ਵਧਿਆ ਹੁੰਦਾ ਬਾਡੀ 'ਚ, ਤੇ ਕਫ ਵਾਲੀਆਂ ਚੀਜ਼ਾਂ ਅਸੀਂ ਖਾਂਦੇ
ਖਾਂਦੇ ਆ ਜੀ, ਇਹ ਸੋ ਉਸ ਕਾਰਨ ਟਾਈਮ ਹੋ ਤੇ ਸਕਦਾ। ਹਾਂਜੀ ਉਸ ਟਾਈਮ ਤੇ ਸਾਨੂੰ ਕਫਾ ਪੈਸੀਫਾਈ ਜਿਹੜੀ ਡਾਈਟ ਹੈਗੀ ਉਹ ਲੈਣੀ ਚਾਹੀਦੀ ਆ। ਤੇ ਇਦਾਂ ਹੀ ਸੇਮ ਅਗਰ ਜਿਹੜਾ ਰੇਨੀ ਸੀਜ਼ਨ ਹੁੰਦਾ, ਰੇਨੀ ਸੀਜ਼ਨ 'ਚ ਕੀ ਹੁੰਦਾ ਕਿ ਵਾਤ ਆਲਰੇਡੀ ਸੀਜ਼ਨ ਦੇ ਵਿੱਚ ਵਾਤ ਬਹੁਤ ਵਧਿਆ ਹੁੰਦਾ ਤੇ ਅਸੀਂ ਵਾਤ ਐਗਰੀਵੇਟਡ ਅਗਰ ਚੀਜ਼ਾਂ ਖਾਵਾਂਗੇ ਤੇ ਉਸ ਟਾਈਮ ਤੇ ਵੀ ਸਾਨੂੰ ਪ੍ਰੋਬਲਮ ਆ ਜਾਂਦੀ ਹੈ। ਜੋ ਕਿ ਤੁਸੀਂ ਸੁਣਿਆ ਹੁੰਦਾ ਕਿ ਜਿੱਦਾਂ ਖੀਰਾ ਖਾਂਦੇ ਆ ਜਾਂ ਟਮਾਟਰ ਖਾਂਦੇ ਆ ਉਸ ਟਾਈਮ ਤੇ ਪ੍ਰੋਬਲਮ ਆ ਜਾਂਦੀ, ਪੇਟ 'ਚ ਪ੍ਰੋਬਲਮ ਆ ਜਾਂਦੀ। ਉਹ ਇਸੇ ਕਰਕੇ ਆਉਂਦੀ ਕਿਉਂਕਿ ਵਾਤ ਆਲਰੇਡੀ ਬਹੁਤ ਜ਼ਿਆਦਾ ਐਗਰੀਵੇਟਡ ਹੁੰਦਾ ਸੀਜ਼ਨ ਦੇ ਵਿੱਚ, ਤਾਂ ਅਸੀਂ ਵਾਤਾਂ ਵਾਲੀਆਂ ਚੀਜ਼ਾਂ ਜਿਹੜੀਆਂ ਬੋਡੀ 'ਚ ਇਨਕੋਰਪੋਰੇਟ ਕਰਦੇ ਹਾਂ। ਜੀ ਬਿਲਕੁਲ ਠੀਕ ਗੱਲ ਹੈ। ਤੇ ਜਿਸ ਤਰ੍ਹਾਂ ਲਗਾਤਾਰ ਅਸੀਂ ਡਾਈਟ ਬਾਰੇ ਗੱਲ ਕਰ ਰਹੇ ਹਾਂ, ਤੁਸੀਂ ਬਹੁਤ ਸਾਰੇ ਆਹਾਰ ਬਾਰੇ ਸਾਨੂੰ ਦੱਸ ਰਹੇ ਹੋ। ਇਸੇ ਤਰ੍ਹਾਂ ਕੁਝ ਆਹਾਰ ਇਦਾਂ ਦੇ ਵੀ ਹੁੰਦੇ ਨੇ ਕਿ ਜਿਨ੍ਹਾਂ ਦਾ ਕੰਬੀਨੇਸ਼ਨ ਜੇ ਅਸੀਂ ਕਰਦੇ ਹਾਂ ਜਾਂ ਉਸ ਤੋਂ ਬਾਅਦ ਕੁਝ ਹੋਰ ਖਾ ਲੈਂਦੇ ਹਾਂ ਤੇ ਫਾਇਦੇ ਦੀ ਜਗ੍ਹਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ। ਵਿਰੁੱਧ ਆਹਾਰ ਦੀ ਜੇ ਗੱਲ ਕਰੀਏ ਤੇ ਵਿਰੁੱਧ ਆਹਾਰ ਕਿਹੜੇ-ਕਿਹੜੇ? ਹਾਂਜੀ ਬਿਲਕੁਲ, ਆਯੁਰਵੇਦਾ ਦੇ ਵਿੱਚ ਵਿਰੁੱਧ ਆਹਾਰ ਨੂੰ ਇੱਕ ਅਲੱਗ ਹੀ ਇੰਪੋਰਟੈਂਸ ਦਿੱਤੀ ਗਈ ਹੈ ਕਿਉਂਕਿ ਜਦੋਂ ਵੀ ਅਸੀਂ ਦੋ ਆਹਾਰ ਨੂੰ ਮਿਕਸ ਕਰਕੇ ਖਾਂਦੇ ਹਾਂ ਤਾਂ ਉਹਨਾਂ ਦਾ ਰਸ ਵੀਰਿਆ ਵਿਪਾਕ ਸੇਮ ਹੋਣਾ ਚਾਹੀਦਾ। ਅਗਰ ਅਸੀਂ ਵਿਰੁੱਧ ਰਸ ਵੀਰਿਆ ਵਿਪਾਕ ਦੀ ਚੀਜ਼ ਖਾਂਦੇ ਆ ਤੇ ਉਹ ਸਾਡੀ ਬਾਡੀ ਦੇ ਵਿੱਚ ਟੌਕਸਿਨਸ ਪੈਦਾ ਕਰਦੇ ਆ। ਜਿੱਦਾਂ ਕਿ ਅਗਰ ਅਸੀਂ ਬਨਾਨਾ ਨੂੰ ਅਲੱਗ ਖਾਂਦੇ ਆ ਤਾਂ ਸਾਡੀ ਬਾਡੀ ਨੂੰ ਮਤਲਬ ਗੁੱਡ ਨਰਿਸ਼ ਕਰਦਾ ਵਾ। ਅਗਰ ਅਸੀਂ ਦੁੱਧ ਨੂੰ ਅਲੱਗ ਪੀਂਦੇ ਆ ਤਾਂ ਸਾਡੀ ਬਾਡੀ ਨੂੰ ਨਰਿਸ਼ ਕਰਦਾ। ਪਰ ਅਗਰ ਅਸੀਂ ਬਨਾਨਾ ਪਲੱਸ ਮਿਲਕ ਨੂੰ ਇਕੱਠਾ ਬਨਾਨਾ ਸ਼ੇਕ ਬਣਾ ਕੇ ਲੈਂਦੇ ਆ ਤੇ ਉਹ ਸਾਡੀ ਬਾਡੀ ਨੂੰ ਟੌਕਸਿਨਸ ਪੈਦਾ ਕਰਦਾ, ਸਾਨੂੰ ਫਲੈਟਨੈਸ ਪੈਦਾ ਕਰਦਾ, ਮਤਲਬ ਕੋਈ ਫਾਇਦਾ ਨਹੀਂ ਦੇਗਾ। ਉਹਦਾ ਕੋਈ ਫਾਇਦਾ ਨਹੀਂ, ਉਲਟਾ ਤੁਹਾਡੀ ਬਾਡੀ ਨੂੰ ਨੁਕਸਾਨ ਕਰੂਗਾ, ਤੁਹਾਡੀ ਬਾਡੀ ਦੇ ਵਿੱਚ ਟੌਕਸਿਨਸ ਬਣਨਗੇ। ਕਿਉਂਕਿ ਤੁਸੀਂ ਅਕਸਰ ਕਦੀ ਦੇਖਿਓ ਵੀ, ਤੁਸੀਂ ਮਤਲਬ ਪ੍ਰੈਕਟੀਕਲ ਕਰਕੇ ਵੀ ਦੇਖਿਓ ਕਿ ਕਦੀ ਤੁਸੀਂ ਬਨਾਨਾ ਸ਼ੇਕ ਲਓਗੇ ਨਾ ਤੇ ਤੁਹਾਨੂੰ ਇੱਕ ਹੈਵੀਨੈਸ ਲੱਗੂਗੀ, ਤੁਹਾਨੂੰ ਇੱਦਾਂ ਲੱਗੂਗਾ ਕਿ ਸਾਨੂੰ ਗੈਸਟ੍ਰਿਕ ਇਸ਼ੂਜ਼ ਹੋ ਗਏ, ਐਸਿਡਿਟੀ ਦੀ ਪ੍ਰੋਬਲਮ ਬਾਅਦ 'ਚੋਂ ਆਊਗੀ। ਉਹ ਇਸੇ ਕਰਕੇ ਆਉਂਦੀ ਕਿਉਂਕਿ ਇਹ ਦੋਨੇ ਚੀਜ਼ਾਂ ਜਿਹੜੀਆਂ ਵਿਰੁੱਧ ਆਹਾਰ ਆ। ਬਨਾਨਾ ਤੇ ਕਦੀ ਮਿਲਕ ਨੂੰ ਕਦੀ ਇਕੱਠੇ ਨਹੀਂ ਲੈਣਾ ਹੁੰਦਾ, ਠੀਕ ਹੈ। ਅਗਰ ਦੂਜੇ ਨੰਬਰ 'ਤੇ ਅਗਰ ਅਸੀਂ ਗੱਲ ਕਰੀਏ, ਅਗਰ ਅਸੀਂ ਜਿੱਦਾਂ ਹੁਣ ਗਰਮੀਆਂ ਚੱਲ ਰਹੀਆਂ ਤੇ ਲੋਕੀ ਖਰਬੂਜੇ ਬਹੁਤ ਖਾਂਦੇ ਆ, ਅਗਰ ਅਸੀਂ ਖਰਬੂਜੇ ਤੋਂ ਬਾਅਦ ਅਸੀਂ ਮਿਲਕ ਲੈ ਲੈਂਦੇ ਆ ਤੇ ਉਹ ਵੀ ਸਾਡਾ ਵਿਰੁੱਧ ਆਹਾਰ ਬਣਦਾ। ਉਹ ਵੀ ਤੁਹਾਨੂੰ ਕਾਫੀ ਜ਼ਿਆਦਾ ਟੌਕਸਿਨਸ ਤੁਹਾਡੀ ਬਾਡੀ ਦੇ ਵਿੱਚ ਪੈਦਾ ਹੋ ਜਾਂਦੇ ਆ, ਤੁਹਾਨੂੰ ਕਾਫੀ ਜ਼ਿਆਦਾ ਪ੍ਰੋਬਲਮਸ ਆ ਸਕਦੀਆਂ, ਬਲੋਟਿੰਗ ਹੋ ਸਕਦੀ ਹੈ ਤੁਹਾਡੀ ਬਾਡੀ ਦੇ ਵਿੱਚ, ਜਿਹੜੀ ਤੁਹਾਨੂੰ ਨਾ ਤਾਂ ਉਹਦੀ ਨਰਿਸ਼ਮੈਂਟ ਲੱਗੂਗੀ, ਉਲਟਾ ਤੁਹਾਡੀ ਬਾਡੀ ਦੇ ਵਿੱਚ ਵਿਕਾਰ ਆ ਜਾਏਗਾ। ਹਾਂਜੀ। ਹੋਰ ਅਗਰ ਅਸੀਂ ਗੱਲ ਕਰੀਏ ਜਿਹੜਾ ਸ਼ਹਿਦ ਹੁੰਦਾ, ਅਗਰ ਅਸੀਂ ਸ਼ਹਿਦ ਨੂੰ ਦੇਸੀ ਘਿਓ ਦੇ ਵਿੱਚ ਮਿਕਸ ਕਰਕੇ ਲੈਂਦੇ, ਇਕੁਅਲ ਅਮਾਊਂਟ ਆਫ ਸ਼ਹਿਦ ਤੇ ਇਕੁਅਲ ਅਮਾਊਂਟ ਆਫ ਦੇਸੀ ਘਿਓ, ਉਹ ਵੀ ਤੁਹਾਡੀ ਬਾਡੀ ਨੂੰ ਨੁਕਸਾਨ ਕਰਦਾ। ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਡਿਸ਼ਿਜ਼ ਹੈਗੀਆਂ ਵਾ ਜਿੱਦਾਂ ਕਿ ਹਨੀ ਚਿੱਲੀ ਪੋਟੈਟੋ ਆ, ਉਹਦੇ 'ਚ ਤੁਸੀਂ ਦੇਖਿਆ ਹੋਣਾ ਕਿ ਇੱਕ ਸਾਈਡ ਤੇ ਦੇਸੀ ਘਿਓ ਵੀ ਪੈ ਰਿਹਾ, ਨਾਲ ਸ਼ਹਿਦ ਵੀ ਪੈ ਰਿਹਾ, ਪਰ ਉਹ ਉਲਟਾ ਹੁੰਦਾ, ਤੁਹਾਡੀ ਬਾਡੀ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਤੁਹਾਨੂੰ ਟੌਕਸਿਨਸ ਉਹਦੇ ਵਿੱਚ, ਤੁਹਾਡੀ ਬਾਡੀ 'ਚ ਟੌਕਸਿਨਸ ਆ ਜਾਂਦੇ ਆ। ਫਿਰ ਜਿਹੜੇ ਅਸੀਂ ਬੱਚੇ ਅੱਜ ਕੱਲ੍ਹ ਬਹੁਤ ਖਾਂਦੇ ਆ, ਫਰੈਂਚ ਫਰਾਈਜ਼ ਬਹੁਤ ਖਾਂਦੇ ਆ। ਜਿਹੜਾ ਪੋਟੈਟੋ ਹੁੰਦਾ ਉਹਨੂੰ ਕਦੀ ਵੀ ਫਰਾਈ ਨਹੀਂ ਕਰਨਾ ਹੁੰਦਾ, ਉਹਨੂੰ ਅਗਰ ਅਸੀਂ ਡੀਪ ਫਰਾਈ ਕਰਕੇ ਖਾਂਦੇ ਆ ਤਾਂ ਕੈਂਸਰਸ ਹੋ ਜਾਂਦਾ, ਉਹ ਬਹੁਤ ਜ਼ਿਆਦਾ ਬੱਚਿਆਂ ਨੂੰ ਨੁਕਸਾਨ ਕਰਦਾ। ਹਾਂਜੀ, ਟੌਕਸਿਨਸ ਬਾਡੀ ਦੇ ਵਿੱਚ ਬਣਾਉਂਦੇ, ਔਰ ਬੱਚੇ ਬਹੁਤ ਜ਼ਿਆਦਾ ਲਾਈਕ ਕਰਦੇ, ਔਰ ਉਹ ਬਹੁਤ ਜ਼ਿਆਦਾ ਵਿਰੁੱਧ ਆਹਾਰ ਆ। ਆਯੁਰਵੇਦ ਦੇ ਵਿੱਚ ਅਗਰ ਦੇਖੀਏ ਤਾਂ ਬਹੁਤ ਜ਼ਿਆਦਾ ਵਿਰੁੱਧ ਆਹਾਰ ਆ। ਸੋ ਅਗਰ ਅਸੀਂ ਹੋਰ ਗੱਲ ਕਰੀਏ, ਜਿਹੜਾ ਆਪਾਂ ਸੈਲਡ ਦੇ ਉੱਪਰ ਨਿੰਬੂ ਸਕਵੀਜ਼ ਕਰਦੇ ਨਾ, ਉਹ ਵੀ ਇੱਕ ਵਿਰੁੱਧ ਆਹਾਰ ਮੰਨਿਆ ਕਿ ਅਸੀਂ ਇਹ ਤਾਂ ਆਮ ਤੌਰ ਤੇ ਰੋਜ਼ ਹੀ ਘਰਾਂ ਦੇ ਵਿੱਚ ਕਰਦੇ ਨੇ, ਲੇਕਿਨ ਨਿੰਬੂ ਨੂੰ ਅਗਰ ਅਸੀਂ ਸਕਵੀਜ਼ ਕਰਦੇ ਹਾਂ ਤਾਂ ਉਹ ਇੱਕ ਵਿਰੁੱਧ ਆਹਾਰ ਮੰਨਿਆ ਗਿਆ। ਆਯੁਰਵੇਦ ਕਹਿੰਦਾ ਕਿ ਬਿਲਕੁਲ ਨੋ ਹੈਗਾ, ਇਹ ਵੀ ਤੁਹਾਡੀ ਬਾਡੀ ਨੂੰ ਅੱਗੇ ਜਾ ਕੇ ਨੁਕਸਾਨ ਕਰੂਗਾ। ਜੀ। ਫਿਰ ਜਿਹੜਾ ਇੱਕ ਬਹੁਤ ਜ਼ਿਆਦਾ ਲਾਸਟ ਵਿੱਚ ਮੈਂ ਗੱਲ ਕਰੂੰਗੀ ਚਾਹ ਦੀ, ਜਿਹੜੀ ਕਿ ਨੋਰਮਲ ਸਾਰੇ ਘਰਾਂ ਦੇ ਵਿੱਚ ਅਸੀਂ ਪੀਂਦੇ ਆ। ਅਗਰ ਅਸੀਂ ਚਾਹ ਦੇ ਵਿੱਚ ਜਦੋਂ ਦੁੱਧ ਮਿਕਸ ਕਰਦੇ ਆ ਨਾ, ਉਹ ਵੀ ਇੱਕ ਵਿਰੁੱਧ ਆਹਾਰ ਆ। ਅਗਰ ਤੁਸੀਂ ਚਾਹ ਨੂੰ ਐਜ਼ ਇਟ ਇਜ਼ ਲੈ ਰਹੇ ਹੋ, ਉਹਦਾ ਕੋਈ ਨੁਕਸਾਨ ਨਹੀਂ, ਉਹਦੇ ਵਿੱਚ ਕੈਟੇਕਿਨਸ ਹੁੰਦੇ, ਐਂਟੀਆਕਸੀਡੈਂਟ ਹੁੰਦੇ ਆ, ਤੁਹਾਡੀ ਬਾਡੀ ਨੂੰ ਫਾਇਦਾ ਹੀ ਦਿੰਦੇ ਆ। ਬਟ ਜਦੋਂ ਤੁਸੀਂ ਉਹਦੇ ਵਿੱਚ ਦੁੱਧ ਮਿਕਸ ਕਰ ਦਿੰਦੇ ਹੋ, ਜਿਹੜਾ ਦੁੱਧ ਦਾ ਜਿਹੜਾ ਕੈਸੀਨ ਹੁੰਦਾ, ਜਿਹੜਾ ਪ੍ਰੋਟੀਨ ਹੁੰਦਾ, ਉਹ ਕੀ ਕਰਦਾ ਕਿ ਤੁਹਾਡੀ ਜਿਹੜੀ ਕੈਟੇਕਿਨਸ ਆ ਜਿਹੜੀ ਚਾਹ ਦੀ, ਉਹਨੂੰ ਸਪਰੈਸ ਕਰ ਦਿੰਦਾ ਤੇ ਉਹਦੇ ਵਿੱਚ ਟੌਕਸਿਨਸ ਪੈਦਾ ਕਰ ਦਿੰਦੇ, ਉਲਟਾ ਹੀ ਤੁਹਾਨੂੰ ਉਹਦੇ ਨੁਕਸਾਨ ਹੁੰਦੇ ਆ। ਕਿਉਂਕਿ ਤੁਸੀਂ ਅਕਸਰ ਸੁਣਿਆ ਵੀ ਹੋਣਾ, ਲੋਕੀ ਕਹਿੰਦੇ ਨਾ ਅਸੀਂ ਚਾਹ ਪੀਂਦੇ ਸਾਨੂੰ ਐਸਿਡਿਟੀ ਹੋ ਜਾਂਦੀ ਹੈ, ਜਾਂ ਅਸੀਂ ਚਾਹ ਪੀਂਦੇ ਸਾਨੂੰ ਬਲੋਟਿੰਗ ਇਸ਼ੂਜ਼, ਉਹ ਤੇ ਹੀ ਹੁੰਦੇ ਕਿਉਂਕਿ ਅਸੀਂ ਇਹਨੂੰ ਵਿਰੁੱਧ ਕਰਕੇ ਲੈ ਰਹੇ ਹਾਂ। ਬਿਲਕੁਲ ਠੀਕ ਗੱਲ ਹੈ। ਤੇ ਕਈ ਵਾਰੀ ਮੈਂ ਇਦਾਂ ਵੀ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਚਾਹ ਦੇ ਵਿੱਚ ਟੇਸਟ ਲਈ ਕਾਫੀ ਪਾ ਦਿੰਦੇ ਨੇ, ਤੇ ਉਹਦਾ ਕੀ ਅਸਰ ਹੁੰਦਾ ਹੈ? ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਤੇ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਲੋਕ ਚਾਹ ਪੀਂਦੇ ਨੇ ਤੇ ਚਾਹ ਦੇ ਵਿੱਚ ਟੇਸਟ ਲਈ
ਕਾਫੀ ਥੋੜੀ ਦੀ ਪਾ ਦਿੰਦੇ ਨੇ, ਤੇ ਇਹਦਾ ਕੀ ਅਸਰ ਹੁੰਦਾ ਕਿ ਇਹ ਵੀ ਇੱਕ ਵਿਰੁੱਧ ਆਹਾਰ ਹੋਏਗਾ? ਜੀ ਬਿਲਕੁਲ, ਕਿਉਂਕਿ ਦੇਖੋ ਜਿਹੜੀ ਕਾਫੀ ਹੈਗੀ ਆ ਉਹਦੇ ਵਿੱਚ ਕੈਫੀਨ ਹੁੰਦੀ ਹੈ ਤੇ ਜਿਹੜੀ ਚਾਹ ਹੁੰਦੀ ਹੈ ਉਹਦੇ ਵਿੱਚ ਨਿਕੋਟੀਨ ਹੁੰਦੀ ਹੈ। ਇਹ ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਤੁਹਾਡੀ ਜਿਹੜੇ ਹੈਗੇ ਨਾ ਹੰਗਰ ਨੂੰ ਸਪਰੈਸ ਕਰਦੀਆਂ, ਜਿਹੜੀ ਤੁਹਾਡੀ ਭੁੱਖ ਹੈਗੀ ਉਹਨੂੰ ਮਾਰਦੇ ਆ। ਅਸੀਂ ਉਹਨੂੰ ਲੈ ਤੇ ਲੈਂਦੇ ਕਿ ਸਾਨੂੰ ਇੱਕ ਜਿੱਦਾਂ ਹੋ ਜਾਂਦਾ ਨਾ ਕਿ ਇੱਕ ਤੁਹਾਡੀ ਬ੍ਰੇਨ ਨੂੰ ਇੱਕ ਸਟਿਮੂਲੇਸ਼ਨ ਜੀ ਦੇ ਦਿੰਦੇ ਕਿ ਆਪਾਂ ਲੈ ਤੇ ਲੈਂਦੇ, ਬਟ ਉਹ ਤੁਹਾਡੀ ਬਾਅਦ ਚੋਂ ਤੁਹਾਨੂੰ ਕਾਫੀ ਦੇਰ ਤੱਕ ਭੁੱਖ ਨਹੀਂ ਲੱਗੂਗੀ ਤੇ ਤੁਹਾਨੂੰ ਤੁਹਾਡੀ ਹੰਗਰ ਨੂੰ ਸਪਰੈਸ ਕਰ ਦੂਗੀ ਔਰ ਤੁਹਾਨੂੰ ਭੁੱਖ ਉਸ ਟਾਈਮ ਤੇ ਲੱਗੂਗੀ ਜਿਸ ਟਾਈਮ ਤੇ ਨਹੀਂ ਲੱਗਣੀ ਚਾਹੀਦੀ ਹੈ। ਤੇ ਤੁਹਾਡਾ ਅਗਰ ਤੁਸੀਂ weight loss ਜਰਨੀ ਤੇ ਹੈਗੇ ਤੇ ਫਿਰ ਤੇ ਤੁਹਾਡੇ ਲਈ ਬਿਗ ਨੋ ਆ, ਤੁਸੀਂ ਨਹੀਂ ਕਰ ਸਕਦੇ। ਬਿਲਕੁਲ ਠੀਕ ਗੱਲ ਹੈ। ਤੇ ਡਾਕਟਰ ਪੁਨੀਤ, ਇਸ ਤਰ੍ਹਾਂ ਅਸੀਂ ਦੇਖਿਆ ਨਾ ਕਿ ਜਿਸ ਤਰ੍ਹਾਂ ਅਸੀਂ ਫ੍ਰੈਂਚ ਫਰਾਈਜ਼ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਦੇਖਿਆ ਕਿ ਜੰਕ ਫੂਡ ਦਾ ਇੱਕ ਬਹੁਤ ਰੁਝਾਨ ਵੱਧ ਚੁੱਕਾ ਹੈ ਨਾ, ਚਾਹੇ ਬੱਚਿਆਂ ਦੀ ਗੱਲ ਕਰ ਲਈਏ, ਨੌਜਵਾਨਾਂ ਦੀ ਗੱਲ ਕਰ ਲਈਏ, ਚਾਹੇ ਵੱਡਿਆਂ ਦੀ ਕਰ ਲਈਏ। ਜੰਕ ਫੂਡ ਸਭ ਨੂੰ ਅੱਜ ਕੱਲ੍ਹ ਚੰਗਾ ਲੱਗਦਾ, ਜਿਹਦੇ ਵਿੱਚ ਮੈਦਾ ਕਾਫੀ ਮਾਤਰਾ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਤੇ ਲਗਾਤਾਰ ਜਦੋਂ ਅਸੀਂ ਰੂਟੀਨ ਦੇ ਵਿੱਚ ਜੰਕ ਫੂਡ ਲੈਂਦੇ ਆ ਤਾਂ ਕੀ ਨੁਕਸਾਨ ਹੋ ਸਕਦੇ ਨੇ? ਜੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ। ਸਭ ਤੋਂ ਵੱਡਾ ਨੁਕਸਾਨ ਜਿਹੜਾ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਹੋ ਰਿਹਾ ਇਹਦਾ ਪੀਸੀਓਡੀ ਇੰਨਾ ਜ਼ਿਆਦਾ ਟ੍ਰੈਂਡਿੰਗ ਆ ਕਿ 12-13 ਸਾਲਾਂ ਦੀ ਕੁੜੀਆਂ ਵਾ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋਈ ਆ। ਇਹ 'ਚ ਕੀ ਹੁੰਦਾ ਕਿ ਇੱਕ ਵਾਰੀ ਪੀਰੀਅਡਸ ਆ ਜਾਂਦੇ, ਉਸ ਤੋਂ ਬਾਅਦ ਤੁਹਾਨੂੰ ਲਾਈਫ ਟਾਈਮ ਕਈਆਂ ਨੂੰ ਪੀਰੀਅਡਸ ਆਉਂਦੇ ਨਹੀਂ ਆ, ਜਾਂ ਫਿਰ 2-2 3-3 ਸਾਲ ਤੱਕ ਤੁਹਾਨੂੰ ਪੀਰੀਅਡਸ ਨਹੀਂ ਆਉਂਦੇ ਔਰ ਉਹਨਾਂ ਦਾ ਭਾਰ ਇੰਨਾ ਜ਼ਿਆਦਾ ਵੱਧ ਜਾਂਦਾ, ਓਬੇਸਿਟੀ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ। ਔਰ ਅਗਰ ਬਾਅਦ 'ਚੋਂ ਲੇਡੀਜ਼ ਦੀ ਜਦੋਂ ਉਹ ਜਿਹੜੀਆਂ ਕੁੜੀਆਂ ਵਾ ਜਦੋਂ ਉਹਨਾਂ ਦੀ ਮੈਰਿਜ ਹੋ ਜਾਂਦੀ ਤਾਂ ਉਹਨਾਂ ਨੂੰ ਕੰਸੈਪਸ਼ਨ 'ਚ ਪ੍ਰੋਬਲਮ ਆਉਂਦੀ ਆ। ਇਸ ਕਰਕੇ ਜਦੋਂ ਇਹਦੀ ਕੌਜ਼ ਆਪਾਂ ਲੱਭੀ ਹੈ ਕਿ ਇਹਦੀ ਕੌਜ਼ ਕੀ ਹੈਗੀ ਆ, ਜਿਹੜੀ ਰਿਸਰਚ ਕੀਤੀ ਗਈ ਹੈ ਤੇ ਇਹ ਮੈਦਾ ਦੀ ਕੌਜ਼ ਹੈਗੀ ਕਿ ਮੈਦੇ ਕਰਕੇ ਹੀ ਪ੍ਰੋਬਲਮ ਹੁੰਦੀ ਹੈ। ਕਿਉਂਕਿ ਜਿਹੜਾ ਮੈਦਾ ਵਾ ਰਿਫਾਈਨਡ ਫਲੋਰ ਹੁੰਦਾ ਹੈ, ਤੁਹਾਡੀ ਬੋਡੀ 'ਤੇ ਜਿਹੜਾ ਇਨਸੂਲਿਨ ਜਿਹੜੀ ਕਿ ਤੁਹਾਡੀ ਗਲੂਕਾਜਨ ਨੂੰ ਡਾਈਜੈਸਟ ਕਰਦਾ ਵਾ, ਉਹਨੂੰ ਹੀ ਰੈਜ਼ਿਸਟੈਂਸ ਹੋ ਜਾਂਦੀ ਆ। ਇਸ ਕਰਕੇ ਮੈਦਾ ਬਹੁਤ ਜ਼ਿਆਦਾ ਪ੍ਰੋਬਲਮ ਕਰਦਾ। ਸਭ ਤੋਂ ਵੱਡੀ ਪ੍ਰੋਬਲਮ ਤਾਂ ਪੀਸੀਓਡੀ ਆ। ਉਸ ਤੋਂ ਬਾਅਦ ਓਬੇਸਿਟੀ ਇੰਨੀ ਜ਼ਿਆਦਾ ਟ੍ਰੈਂਡਿੰਗ ਆ ਬੱਚਿਆਂ 'ਚ, ਛੋਟੇ ਬੱਚੇ ਦਾ ਭਾਰ ਇੰਨਾ ਜ਼ਿਆਦਾ ਵਧਿਆ ਹੋਇਆ, ਉਹੀ ਕੌਜ਼ ਆ ਕਿਉਂਕਿ ਇਹ ਮੈਦਾ ਹੀ ਇਹਦਾ ਕੌਜ਼ ਹੈਗਾ। ਜੀ ਮਤਲਬ ਜੇ ਅਸੀਂ ਰੂਟੀਨ ਦੇ ਵਿੱਚ ਜੰਕ ਫੂਡ ਖਾਂਦੇ ਆ ਤੇ ਬਹੁਤ ਸਾਰੇ ਬਿਮਾਰੀਆਂ ਨੂੰ ਇਹ ਸੱਦਾ ਦੇ ਸਕਦਾ, ਕਿਉਂਕਿ ਅੱਜ ਕੱਲ ਵੈਸੇ ਬੱਚਿਆਂ ਦੇ ਵਿੱਚ ਨਾ ਡਿਪਰੈਸ਼ਨ ਬਹੁਤ ਆ। ਡਿਪਰੈਸ਼ਨ ਵੀ ਇਸੇ ਕਰਕੇ ਆ ਕਿਉਂਕਿ ਬੱਚੇ ਖਾਂਦੇ ਆ, ਮੈਦਾ ਖਾਂਦੇ ਆ ਤਾਂ ਉਹਨਾਂ ਦੀ ਬਾਡੀ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਹੋ ਰਹੀ ਆ ਤੇ ਉਹਦੇ ਕਰਕੇ ਉਹਨਾਂ ਦੇ ਮੂਡ ਜਿਹੜੇ ਫਲਕਚੁਏਟ ਕਰਦੇ ਤਾਂ ਉਹਨਾਂ ਦੇ ਵਿੱਚ ਡਿਪਰੈਸ਼ਨ ਦੀ ਪ੍ਰੋਬਲਮ ਜਿੱਦਾਂ ਕਹਿ ਲਓ ਕਿ ਸ਼ੁਰੂ ਹੋਈ ਆ। ਜੀ ਬਿਲਕੁਲ ਠੀਕ ਗੱਲ ਹੈ। ਤੇ ਲਗਾਤਾਰ ਡਾਕਟਰ ਪੁਨੀਤ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਆਯੁਰਵੇਦਾ ਬਾਰੇ ਵੀ ਗੱਲਬਾਤ ਕਰ ਰਹੇ ਹਾਂ, ਰਸੋਈ ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰ ਰਹੇ, ਡਾਈਟ ਬਾਰੇ ਵੀ ਲਗਾਤਾਰ ਇਹਨਾਂ ਤੋਂ ਜਾਣ ਰਹੇ ਹਾਂ। ਤੇ ਹੁਣ ਇਹਨਾਂ ਤੋਂ ਪੁੱਛਦੇ ਹਾਂ ਕਿ ਪੋਸ਼ਣ ਦੀ ਜੇ ਗੱਲ ਕਰੀਏ ਤੇ ਵੈਦਿਕ ਪੋਸ਼ਣ ਕੀ ਹੈ? ਹਾਂਜੀ, ਵੈਦਿਕ ਪੋਸ਼ਣ ਆ ਕਿ ਆਯੁਰਵੇਦਾ ਦੇ ਵਿੱਚ 3 ਤਰ੍ਹਾਂ ਦੇ ਦੋਸ਼ਾ ਵਾ, ਠੀਕ ਆ। ਉਹ ਜਿਹੜੇ ਦੋਸ਼ਾ ਵਾ ਉਹ ਹਰ ਇੱਕ ਦੀ ਬਾਡੀ ਦੇ ਵਿੱਚ ਆਪਣਾ ਦੋਸ਼ਾ ਜਿਹੜਾ ਵਾ ਐਗਰੀਵੇਟਡ ਹੁੰਦਾ, ਉਹ ਹਰ ਇੱਕ ਦੀ ਬਾਡੀ 'ਚ ਅਲੱਗ-ਅਲੱਗ ਹੁੰਦਾ। ਤੇ ਜਿਹੜਾ ਦੋਸ਼ਾ ਜਿਹਦੀ ਬਾਡੀ 'ਚ ਐਗਰੀਵੇਟਡ ਹੋਊਗਾ ਉਹ ਉਸ ਬੰਦੇ ਦੀ ਪ੍ਰਕਿਰਤੀ ਹੁੰਦੀ ਆ, ਉਹਦੀ ਬਾਡੀ ਟਾਈਪ ਉਹ ਹੁੰਦੀ ਹੈ। ਜਿੱਦਾਂ ਸਪੋਜ਼ਿੰਗਲੀ ਮੇਰੀ ਬਾਡੀ ਟਾਈਪ ਪਿੱਤਾ ਵਾ, ਤੁਹਾਡੀ ਵਾਤਾ ਹੋ ਸਕਦੀ ਆ, ਤੇ ਉਹ ਬਾਡੀ ਟਾਈਪ ਨੂੰ ਦੇਖ ਕੇ ਜਿਹੜੀ ਡਾਈਟ ਪਲਾਨਸ ਬਣਦੇ ਆ ਨਾ ਉਹ ਵੈਦਿਕ ਡਾਈਟ ਪਲਾਨਸ ਹੁੰਦੇ ਆ ਕਿ ਕਿਹੜਾ ਦੋਸ਼ਾ ਜਿਹੜਾ ਹੈਗਾ ਐਗਰੀਵੇਟਡ ਆ ਤਾਂ ਉਹਨੂੰ ਪੈਸੀਫਾਈ ਕਰਨਾ ਤੇ ਉਹਨੂੰ ਦੇਖ ਕੇ ਜਿਹੜੇ ਡਾਈਟ ਪਲਾਨਸ ਬਣਦੇ ਉਹ ਵੈਦਿਕ ਡਾਈਟ ਪਲਾਨਸ ਬਣਦੇ ਆ। ਤਾਂ ਵੈਦਿਕ ਡਾਈਟ ਪਲਾਨਸ ਦੇ ਵਿੱਚ 3 ਤਰ੍ਹਾਂ ਦੇ ਡਾਈਟ ਪਲਾਨਸ ਬਣਦੇ ਆ। ਇੱਕ ਵਾਤਾ ਡਾਈਟ ਪਲਾਨ ਹੁੰਦਾ, ਇੱਕ ਪਿੱਤਾ ਡਾਈਟ ਪਲਾਨ ਹੁੰਦਾ, ਇੱਕ ਕਫਾ ਡਾਈਟ ਪਲਾਨ ਹੁੰਦਾ। ਜਿਹੜਾ ਵਾਤਾ ਡਾਈਟ ਪਲਾਨ ਹੁੰਦਾ ਉਹਦੇ ਵਿੱਚ ਕੀ ਆ ਕਿ ਵਾਤ ਜਿਹੜੀ ਹੈ ਐਗਰੀਵੇਟਡ ਹੁੰਦੀ ਹੈ। ਇਹ ਉਹ ਇੰਡੀਵਿਜੂਅਲ ਨੂੰ ਦਿੰਦੇ ਆ ਜਿਨ੍ਹਾਂ ਦੇ ਵਿੱਚ ਵਾਤ ਐਗਰੀਵੇਟਡ ਹੁੰਦੀ ਹੈ। ਹੁਣ ਵਾਤ ਐਗਰੀਵੇਟਡ ਅਗਰ ਹੈਗੀ ਆ ਤੇ ਇਹਦੇ ਵਿੱਚ ਆਪਾਂ ਕੀ ਕਰਾਂਗੇ, ਜਿਹੜੇ ਇਹਨਾਂ ਦੇ ਗ੍ਰੇਨਸ ਦੀ ਅਗਰ ਗੱਲ ਕਰੀਏ ਤੇ ਆਪਾਂ ਇਹਨਾਂ ਨੂੰ ਓਟਸ ਪਾ ਸਕਦੇ ਹਾਂ, ਆਪਾਂ ਇਹਨਾਂ ਨੂੰ ਬਰਾਊਨ ਰਾਈਸ ਪਾ ਸਕਦੇ ਹਾਂ, ਆਪਾਂ ਕਿਸੇ ਹੱਦ ਤੱਕ ਇਹਨਾਂ ਨੂੰ ਵੀਟ ਦੇ ਸਕਦੇ ਹਾਂ, ਠੀਕ ਆ। ਅਗਰ ਅਸੀਂ ਇਹਨਾਂ ਦੇ ਮਸਾਲਿਆਂ ਦੀ ਗੱਲ ਕਰੀਏ, ਕਿਉਂਕਿ ਵਾਤ ਜਿਹੜੀ ਆ ਆਲਰੇਡੀ ਡਰਾਈ ਹੁੰਦੀ ਆ, ਜਦ ਵਾਤ ਜਿਹੜੀ ਆਲਰੇਡੀ ਠੰਡੀ ਤਸੀਰ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਕੁਝ ਗਰਮ ਚੀਜ਼ਾਂ ਦੇਵਾਂਗੇ, ਜਿੰਨੇ ਵੀ ਗਰਮ ਹਰਬਸ ਹੈਗੇ ਕਿਚਨ ਦੇ ਅਸੀਂ ਉਹ ਇਹਨਾਂ ਦੀ ਡਾਈਟ ਵਿੱਚ ਇਨਕੋਰਪੋਰੇਟ ਕਰ ਸਕਦੇ ਹਾਂ। ਅਗਰ ਅਸੀਂ ਇਹਨਾਂ ਦੀ ਗ੍ਰੀਨ ਟੀ ਦੀ ਗੱਲ ਕਰੀਏ ਤੇ ਇਹਨਾਂ ਨੂੰ ਅਸੀਂ ਕੈਮੋਮਿਲ ਗ੍ਰੀਨ ਟੀ ਦੇ ਸਕਦੇ, ਕਿਉਂਕਿ ਜਿਹੜੇ ਵਾਤ ਦੋਸ਼ਾ ਜਿਨ੍ਹਾਂ ਦੇ ਵਿੱਚ ਐਗਰੀਵੇਟਡ ਹੁੰਦਾ ਉਹਨਾਂ ਨੂੰ ਥੋੜੇ ਇਨਸੋਮਨੀਆ ਦੇ ਇਸ਼ੂਜ਼ ਵੀ ਹੁੰਦੇ, ਉਹਨਾਂ ਨੂੰ ਥੋੜੀ ਬਹੁਤੀ ਡਿਪਰੈਸ਼ਨ ਵੀ ਹੁੰਦੀ ਆ। ਜਿਹੜੀ ਕੈਮੋਮਿਲ ਗ੍ਰੀਨ ਟੀ ਆ ਉਹ ਡਿਪਰੈਸ਼ਨ ਨੂੰ ਦੂਰ ਕਰਦੀ ਆ। ਤੇ ਇਹਨਾਂ ਦੀ ਡਾਈਟ ਵਿੱਚ ਅਸੀਂ ਮਿਲਕ ਜ਼ਰੂਰ ਇਨਕੋਰਪੋਰੇਟ ਕਰਨਾ ਹੁੰਦਾ, ਕਿਉਂਕਿ ਜਿਹੜਾ ਇਹਨਾਂ ਨੂੰ ਕਨਸਟੀਪੇਸ਼ਨ ਦੇ ਇਸ਼ੂਜ਼ ਵੀ ਹੁੰਦੇ, ਜਿਨ੍ਹਾਂ ਦੀ ਐਗਰੀਵੇਟਡ ਹੁੰਦੀ ਉਹਨਾਂ ਨੂੰ ਕਨਸਟੀਪੇਸ਼ਨ ਦੇ ਇਸ਼ੂਜ਼ ਵੀ ਹੁੰਦੇ ਆ। ਸੋ ਉਹਨਾਂ ਦੀ ਡਾਈਟ ਵਿੱਚ ਮਿਲਕ ਵੀ ਇਨਕੋਰਪੋਰੇਟ ਕਰਨਾ, ਕਿਉਂਕਿ ਮਿਲਕ ਉਹਨਾਂ ਦੀ ਵਿੱਚ ਲੈਗਜ਼ੇਟਿਵ ਦਾ ਕੰਮ ਕਰਦਾ। ਜੀ ਹੁਣ ਅਸੀਂ ਪਿੱਤਾ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੀ ਪਿੱਤਾ ਬਾਡੀ ਟਾਈਪ ਹੁੰਦੀ ਆ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਬਾਡੀ ਦੇ ਵਿੱਚ ਹੀਟ ਬਹੁਤ ਜ਼ਿਆਦਾ ਹੁੰਦੀ ਆ। ਸੋ ਉਹਨਾਂ ਦੀ ਅਗਰ ਬਾਡੀ ਦੇ ਵਿੱਚ ਹੀਟ ਬਹੁਤ ਜ਼ਿਆਦਾ ਤੇ ਅਗਰ ਅਸੀਂ ਉਹਨਾਂ ਦੀ ਗ੍ਰੇਨਸ ਦੀ ਗੱਲ ਕਰੀਏ, ਅਸੀਂ ਉਹਨਾਂ ਨੂੰ ਠੰਡਾ ਗ੍ਰੇਨ ਦੇਵਾਂਗੇ। ਠੰਡਾ ਗ੍ਰੇਨ ਜਿੱਦਾਂ ਬਾਹਰਲੇ ਜਿਹੜਾ ਜੌਂ ਦਾ ਆਟਾ ਉਹ ਠੰਡਾ ਹੁੰਦਾ, ਇਸ ਕਰਕੇ ਅਸੀਂ ਇਹਨਾਂ ਦੀ ਡਾਈਟ ਦੇ ਵਿੱਚ ਅਸੀਂ ਜੌਂ ਦਾ ਆਟਾ ਇਨਕੋਰਪੋਰੇਟ ਕਰਾਂਗੇ। ਅਗਰ ਅਸੀਂ ਇਹਨਾਂ ਦੀ ਲੈਗਿਊਮਸ ਦੀ ਗੱਲ ਕਰੀਏ ਤੇ ਇਹਨਾਂ ਨੂੰ ਅਸੀਂ ਸਾਰੇ ਟਾਈਪ ਦੇ ਲੈਗਿਊਮਸ ਨਹੀਂ ਦੇ ਸਕਦੇ, ਆਪਾਂ ਇਹਨਾਂ ਨੂੰ ਮੂੰਗ ਦਾਲ ਦੇ ਸਕਦੇ ਹਾਂ, ਜਾਂ ਕਿਸੇ ਹੱਦ ਤੱਕ ਆਪਾਂ ਇਹਨਾਂ ਨੂੰ ਰੌਂਗੀ ਦੇ ਸਕਦੇ ਹਾਂ ਜਾਂ ਰਾਜਮਾ ਦੇ ਸਕਦੇ ਹਾਂ, ਠੀਕ ਆ। ਅਗਰ ਅਸੀਂ ਇਹਨਾਂ ਦੀ ਗ੍ਰੀਨ ਟੀ ਦੀ ਗੱਲ ਕਰੀਏ
ਗ੍ਰੀਨ ਟੀ ਕਿਉਂਕਿ ਇਹਨਾਂ ਦੇ ਬਾਡੀ ਦੇ ਵਿੱਚ ਹੀਟ ਬਹੁਤ ਜ਼ਿਆਦਾ ਹੁੰਦੀ ਹੈ, ਆਪਾਂ ਇਹਨਾਂ ਨੂੰ ਕੁਝ ਠੰਡੀ ਚੀਜ਼ ਦੇਣੀ ਹੁੰਦੀ ਹੈ। ਇਹਨਾਂ ਦੀ ਡਾਈਟ ਵਿੱਚ ਅਸੀਂ ਮਿੰਟ ਦੀ ਗ੍ਰੀਨ ਟੀ ਇਨਕੋਰਪੋਰੇਟ ਕਰ ਸਕਦੇ ਹਾਂ, ਜਾਂ ਪੈਪਰਮਿੰਟ ਗ੍ਰੀਨ ਟੀ ਇਨਕੋਰਪੋਰੇਟ ਕਰ ਸਕਦੇ ਹਾਂ, ਜਾਂ ਇਹਨਾਂ ਦੇ ਡਾਈਟ ਵਿੱਚ ਅਸੀਂ ਲਿਕੋਰੀਸ ਦਾ ਪਾਣੀ ਇਨਕੋਰਪੋਰੇਟ ਕਰ ਸਕਦੇ, ਇਨਫਿਊਜ਼ਨ ਜਿਹੜਾ ਪਾਣੀ ਹੁੰਦਾ ਸੀ ਉਹ ਇਨਕੋਰਪੋਰੇਟ ਕਰ ਸਕਦੇ, ਜਾਂ ਇਹਨਾਂ ਦੀ ਡਾਈਟ ਵਿੱਚ ਆਪਾਂ ਫੈਨਲ ਸੀਡਸ ਦਾ ਵਾਟਰ ਇਨਕੋਰਪੋਰੇਟ ਕਰ ਸਕਦੇ ਕਿ ਲੰਚ ਤੋਂ ਬਾਅਦ ਤੁਸੀਂ ਇਹ ਲੈਣਾ, ਉਹ ਪ੍ਰੋਬਲਮ ਤੁਹਾਡੀ ਸਬਸਾਈਡ ਹੋਗੀ। ਸੋ ਇਹਨਾਂ ਦੀ ਇੱਦਾਂ ਵਾ ਕਿ ਇਹਨਾਂ ਨੂੰ ਮਿਲਕ ਅਸੀਂ ਨਹੀਂ ਦੇਣਾ ਹੁੰਦਾ, ਕਿਉਂਕਿ ਜਿਹੜਾ ਮਿਲਕ ਆ ਉਹ ਐਸਿਡਿਟੀ ਨੂੰ ਹੋਰ ਵਧਾਉਂਦਾ ਵਾ, ਪਿੱਤਾ ਦੋਸ਼ ਨੂੰ ਹੋਰ ਐਗਰੀਵੇਟ ਕਰਦਾ, ਇਸ ਕਰਕੇ ਅਸੀਂ ਇਹਨਾਂ ਦੀ ਡਾਈਟ ਵਿੱਚ ਕਦੀ ਵੀ ਮਿਲਕ ਇਨਕੋਰਪੋਰੇਟ ਨਹੀਂ ਕਰਾਂਗੇ। ਹੁਣ ਅਸੀਂ ਅਗਰ ਕਫਾ ਦੀ ਗੱਲ ਕਰੀਏ, ਕਫਾ ਬੋਡੀ ਟਾਈਪ ਉਹ ਹੁੰਦਾ ਜਿਹਦੇ ਵਿੱਚ ਮਤਲਬ ਜਿਹੜੇ ਹੁੰਦੇ ਨਾ, ਕਈ ਲੋਕ ਇੱਦਾਂ ਹੁੰਦੇ ਕਿ ਖਾਂਦੇ ਥੋੜਾ ਵਾ ਬਟ weight ਜ਼ਿਆਦਾ ਵੱਧਦਾ ਉਹਨਾਂ ਦਾ, ਇਹ ਉਹ ਵਾਲੀ ਬੋਡੀ ਟਾਈਪ ਜਿਹੜੀ ਹੁੰਦੀ ਆ ਇਹ ਕਫਾ ਦੇ ਅੰਡਰ ਆਉਂਦੀ ਆ। ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਇਹਨਾਂ ਨੂੰ ਆਲ ਟਾਈਪ ਆਫ ਗ੍ਰੇਨ ਦੇ ਸਕਦੇ ਹਾਂ, ਤੇ ਇਹਨਾਂ ਨੂੰ ਆਲ ਟਾਈਪ ਆਫ ਅਸੀਂ ਲੈਗਿਊਮਸ ਵੀ ਦੇ ਸਕਦੇ ਹਾਂ, ਕਿਉਂਕਿ ਡਾਈਜੈਸਟ ਕਰ ਲੈਂਦੇ, ਇਹਨਾਂ ਦੀ ਜਿਹੜੀ ਡਾਈਜੈਸਟਿਵ ਫਾਇਰ ਆ ਬੜੀ ਫਾਸਟ ਹੁੰਦੀ ਹੈ, ਇਹਨਾਂ ਨੂੰ ਅਸੀਂ ਦੋਨੇ ਚੀਜ਼ਾਂ ਆਪਾਂ ਦੇ ਸਕਦੇ ਹਾਂ। ਪਰ ਇਹਨਾਂ ਦੀ ਅਗਰ ਅਸੀਂ ਗ੍ਰੀਨ ਟੀ ਦੀ ਗੱਲ ਕਰੀਏ, ਇਹਨਾਂ ਦੇ ਵਿੱਚ ਵਾਟਰ ਰਿਟੈਂਸ਼ਨ ਬਹੁਤ ਜ਼ਿਆਦਾ ਹੁੰਦਾ, ਇਹਨਾਂ ਦੇ ਹੱਥਾਂ ਪੈਰਾਂ 'ਚ ਸਵੈਲਿੰਗ ਹੁੰਦੀ ਹੈ, ਤੇ ਇਹਨਾਂ ਨੂੰ ਆਪਾਂ ਜੈਸਮਿਨ ਗ੍ਰੀਨ ਟੀ ਇਹਨਾਂ ਦੀ ਡਾਈਟ ਵਿੱਚ ਇਨਕੋਰਪੋਰੇਟ ਕਰ ਸਕਦੇ ਹਾਂ। ਤੇ ਅਗਰ ਅਸੀਂ ਮਿਲਕ ਦੀ ਗੱਲ ਕਰੀਏ, ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਫੈਟ ਹੁੰਦਾ, ਤੇ ਅਸੀਂ ਇਹਨਾਂ ਨੂੰ ਡੇਅਰੀ ਪ੍ਰੋਡਕਟ ਨਹੀਂ ਦੇ ਸਕਦੇ, ਇਸ ਕਰਕੇ ਇਹਨਾਂ ਦੇ ਵਿੱਚ ਮਿਲਕ, ਪਨੀਰ, ਦਹੀਂ ਇਹਨਾਂ ਨੂੰ ਨਹੀਂ ਦੇ ਸਕਦੇ, ਨਹੀਂ ਦਿੱਤਾ ਜਾ ਸਕਦਾ। ਹਾਂਜੀ, ਇਸ ਕਰਕੇ ਵਾਤ, ਪਿੱਤ, ਕਫ, ਤਿੰਨ ਤਰ੍ਹਾਂ ਦੀ ਜਿਹੜੇ ਪਲਾਨਸ ਆ ਇਹ ਬਣਦੇ, ਡਿਫਰੈਂਟ ਪਲਾਨਸ ਬਣਦੇ ਜੀ। ਤੇ ਜਿਸ ਤਰ੍ਹਾਂ ਤੁਸੀਂ ਵਾਤ, ਪਿੱਤ, ਕਫ ਤਿੰਨ ਤਰ੍ਹਾਂ ਦੇ ਇਹ ਦੋਸ਼ ਜਿਹੜੇ ਹੈ ਉਹ ਦੱਸੇ, ਇਹਨੂੰ ਮਤਲਬ ਕਿੱਦਾਂ ਪਛਾਣਿਆ ਜਾਂਦਾ ਹੈ, ਇੱਕ ਆਮ ਆਦਮੀ ਕਿੱਦਾਂ ਪਛਾਣ ਸਕਦਾ ਹੈ? ਹਾਂਜੀ, ਇਹ ਪ੍ਰਕਿਰਤੀ ਐਨਾਲਿਸਿਸ ਹੁੰਦਾ ਹੈ, 36 ਤੋਂ 37 ਕੁਐਸਚਨ ਦਾ ਨਾ ਇੱਕ ਪ੍ਰਕਿਰਤੀ ਐਨਾਲਿਸਿਸ ਹੁੰਦਾ, ਉਹਦੇ ਵਿੱਚ ਤੁਹਾਡੀ ਬਾਡੀ ਦੇ ਬਾਰੇ ਪੁੱਛਿਆ ਜਾਂਦਾ ਕਿ ਤੁਹਾਡੇ ਹੇਅਰ ਕਿੱਦਾਂ ਦੀ ਆ, ਤੁਹਾਡੀ ਸਕਿਨ ਕਿੱਦਾਂ ਦੀ ਆ, ਤੁਹਾਡੇ ਬਾਲ ਕਿੱਦਾਂ ਦੇ ਆ, ਜਾਂ ਤੁਹਾਡੀ ਡਾਈਜੈਸਟਿਵ ਫਾਇਰ ਕਿੱਦਾਂ ਦੀ ਆ। ਅਗਰ ਅਸੀਂ ਵਾਤ ਦੀ ਗੱਲ ਕਰੀਏ, ਵਾਤ ਦੀ ਜਿਹੜੀ ਬਾਡੀ ਟਾਈਪ ਹੁੰਦੀ ਹੈ ਉਹਦੇ 'ਚ ਡਰਾਈਨੈਸ ਬਹੁਤ ਜ਼ਿਆਦਾ ਹੁੰਦੀ ਆ। ਅੱਛਾ, ਉਹਨਾਂ ਨੂੰ ਬਲੋਟਿੰਗ ਇਸ਼ੂਜ਼ ਬਹੁਤ ਰਹਿੰਦੇ ਹੋਣਗੇ, ਉਹਨਾਂ ਦੇ ਜਿਹੜੇ ਜਿੱਦਾਂ ਬਾਲ ਵੀ ਉਹਨਾਂ ਦੇ ਡਰਾਈ ਹੁੰਦੇ ਆ, ਸਕਿਨ ਵੀ ਡਰਾਈ ਹੁੰਦੀ ਆ, ਉਹਨਾਂ ਨੂੰ ਇਨਸੋਮਨੀਆ ਇਸ਼ੂਜ਼ ਰਹਿੰਦੇ, ਇਨਸੋਮਨੀਆ ਇਸ਼ੂਜ਼ ਮਤਲਬ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੁੰਦੀ ਆ। ਜੋ ਅਗਰ ਇਹ ਟਾਈਪ ਤੁਹਾਡੇ ਮਤਲਬ ਤੁਹਾਡੀ ਬਾਡੀ ਦੇ ਵਿੱਚ ਇਹ ਸਾਰੇ ਕਰੈਕਟਰਿਸਟਿਕਸ ਹੈਗੇ ਆ ਤਾਂ ਤੁਸੀਂ ਵਾਤ ਦੇ ਅੰਡਰ ਆਉਂਦੇ ਹੋ, ਠੀਕ ਆ। ਜਿਹੜੇ ਪਿੱਤ ਦੀ ਬਾਡੀ ਟਾਈਪ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਆ, ਉਹਨਾਂ ਦੀ ਐਲਰਜੀਕ ਇਸ਼ੂਜ਼ ਉਹਨਾਂ ਦੀ ਬਾਡੀ ਤੇ ਬਹੁਤ ਜ਼ਿਆਦਾ ਹੋਣਗੇ, ਉਹਨਾਂ ਨੂੰ ਗੁੱਸਾ ਬਹੁਤ ਆਉਂਦਾ, ਉਹਨਾਂ ਨੂੰ ਐਂਗਰ ਇਸ਼ੂਜ਼ ਬਹੁਤ ਜ਼ਿਆਦਾ ਹੁੰਦੇ ਆ। ਜਿੱਦਾਂ ਹੁੰਦਾ ਨਾ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਿੱਦਾਂ ਕੋਈ ਕੰਮ ਉਹਨਾਂ ਨੂੰ ਦੇ ਦਿਓ ਬਟ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਇਹ ਹੁਣੇ ਕਰਨਾ ਜਾਂ ਬਾਅਦ 'ਚ ਕਰਨਾ, ਮਤਲਬ ਥੋੜੇ ਪਜ਼ਲਡ ਰਹਿੰਦੇ ਆ। ਜਿਹੜੇ ਇੱਦਾਂ ਦੇ ਟਾਈਪ ਦੇ ਬੰਦੇ ਹੁੰਦੇ ਨਾ ਉਹ ਪਿੱਤਾ ਦੋਸ਼ਾਂ ਦੇ ਅੰਦਰ ਆਉਂਦੇ ਕਿ ਉਹਨਾਂ ਦੀ ਬਾਡੀ 'ਚ ਇੱਕ ਹੀਟ ਜਿਹੜੀ ਜਿੱਦਾਂ ਕਹਿ ਲਓ ਕਿ ਗੁੱਸਾ ਆਲ ਟਾਈਮ ਉਹਨਾਂ ਨੂੰ ਰਹਿੰਦਾ, ਉਹਨਾਂ ਦੀ ਅੱਖਾਂ ਵੀ ਥੋੜੀ ਰੈਡ ਰਹਿੰਦੀਆਂ, ਤੇ ਇਹ ਪਿੱਤਾ ਦੋਸ਼ ਦੇ ਅੰਡਰ ਆਉਂਦੇ ਆ। ਤੇ ਕਫਾ ਦੋਸ਼ ਦੇ ਅੰਡਰ ਉੱਦਾਂ ਉਹ ਇਨਸਾਨ ਆਉਂਦੇ ਜਿੱਦਾਂ ਕਿ ਜਿਹੜੇ ਬਹੁਤ ਦੂਰੋਂ ਹੀ ਦੇਖ ਕੇ ਲੱਗਦਾ ਨਾ ਕਿ ਬੜੇ ਹੈਲਦੀ ਆ, ਜਾਂ ਜਿਨ੍ਹਾਂ 'ਚ ਸਟਬਨ ਫੈਟ ਹੈਗਾ, ਤੇ ਜਿਹੜੇ ਇੱਕ ਜਗ੍ਹਾ ਤੇ ਜਦੋਂ ਉਹਨਾਂ ਨੂੰ ਕੋਈ ਕੰਮ ਦੋਨੋਂ ਤੇ ਇੱਕ ਜਗ੍ਹਾ ਤੇ ਬੈਠੇ ਰਹਿੰਦੇ, ਉਹਨਾਂ ਦਾ ਮਨ ਨਹੀਂ ਕਰਦਾ ਕੋਈ ਕੰਮ ਕਰਨ ਦਾ, ਜਿਹੜੇ ਥੋੜੇ ਲੈਥਾਰਜਿਕ ਹੁੰਦੇ ਆ, ਤੇ ਉਹਨਾਂ ਦੀ ਸਕਿਨ ਥੋੜੀ ਸੌਫਟ ਹੁੰਦੀ ਆ, ਬਾਲ ਵੀ ਥੋੜੇ ਸੌਫਟ ਹੁੰਦੇ ਆ, ਉਹ ਕਫਾ ਦੇ ਬਾਡੀ ਟਾਈਪ ਦੇ ਵਿੱਚ ਆਉਂਦੇ ਆ। ਜੀ ਜੀ, ਤੇ ਇਦਾਂ ਕੁਐਸਚਨਸ ਇਹਨਾਂ ਦੇ ਹੁੰਦੇ ਆ, ਉਹਦੇ ਆਧਾਰ ਤੇ ਤੁਸੀਂ ਪਤਾ ਲੱਗ ਜਾਂਦਾ, ਉਹਦੇ ਆਧਾਰ ਤੇ ਸਾਨੂੰ ਪਤਾ ਚੱਲਦਾ ਕਿ ਬਾਡੀ ਟਾਈਪ ਵਾਤਾ ਵਾ, ਪਿੱਤਾ ਵਾ ਕਿ ਕਫਾ ਵਾ। ਤੇ ਉਸ ਤੋਂ ਬਾਅਦ ਜਿਹੜੀ ਦਵਾਈ ਆਯੁਰਵੇਦਾ ਵੱਲੋਂ ਦਿੱਤੀ ਜਾਂਦੀ ਹੈ ਉਸ ਦੇ ਹਿਸਾਬ ਨਾਲ ਜਿਹੜੀ ਜੀ ਬਿਲਕੁਲ ਦਿੱਤੀ ਜਾਂਦੀ ਹੈ। ਕੋਈ ਵੀ ਡਾਈਟ ਪਲਾਨ ਜਾਂ ਕੋਈ ਆਯੁਰਵੇਦਾ ਦੇ ਵਿੱਚ ਕੁਝ ਵੀ ਤੁਸੀਂ ਕਰਨਾ, ਅਗਰ ਤੁਸੀਂ ਡਾਈਟ ਦੇਣੀ ਹੈ ਜਾਂ ਫਿਰ ਤੁਸੀਂ ਕੋਈ ਮੈਡੀਸਿਨ ਵੀ ਦੇਣੀ ਹੈ, ਉਹ ਦੋਸ਼ਾਂ ਨੂੰ ਸਟੱਡੀ ਕਰਕੇ ਹੀ ਦੇਣੀ ਹੈ, ਕਿਉਂਕਿ ਹਰ ਇੱਕ ਦੀ ਸੇਮ ਡਾਈਟ ਨਹੀਂ ਬਣਦੀ, ਹਰ ਇੱਕ ਦੀ ਸੇਮ ਮੈਡੀਸਿਨ ਨਹੀਂ ਬਣਦੀ। ਜੀ ਜੀ, ਬਿਲਕੁਲ ਠੀਕ ਹੈ। ਤੇ ਇਸੇ ਤਰ੍ਹਾਂ ਇੱਕ ਬੜੀ ਆਮ ਜੀ ਸਮੱਸਿਆ ਹੈ ਕਿ ਜਿਸ ਤਰ੍ਹਾਂ ਵੱਡੀ ਉਮਰ ਹੁੰਦੀ ਹੈ ਉਦੋਂ ਇਹ ਹੋਰ ਵੱਧ ਜਾਂਦੀ ਹੈ, ਕਈ ਲੋਕਾਂ ਨੂੰ ਕਨਸਟੀਪੇਸ਼ਨ, ਹਾਂਜੀ ਬਿਲਕੁਲ, ਹੈ ਨਾ, ਬੜੀ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਕਬਜ਼ ਹੈ, ਕਨਸਟੀਪੇਸ਼ਨ ਦੀ ਪ੍ਰੋਬਲਮ, ਤੇ ਕਿਹੜੀ ਐਸੀ ਚੀਜ਼ ਅਸੀਂ ਡਾਈਟ ਦੇ ਵਿੱਚ ਸ਼ਾਮਿਲ ਕਰੀਏ ਕਿ ਇਹ ਜਿਹੜੀ ਪ੍ਰੋਬਲਮ ਹੈ ਉਹ ਨਾ ਹੋਵੇ? ਹਾਂਜੀ, ਪਹਿਲਾਂ ਤਾਂ ਸਾਨੂੰ ਦੇਖਣਾ ਚਾਹੀਦਾ ਕਿ ਸਾਨੂੰ ਕਨਸਟੀਪੇਸ਼ਨ ਕਿਉਂ ਹੈਗੀ ਹੈ, ਕਿਉਂਕਿ ਕਨਸਟੀਪੇਸ਼ਨ ਇਦਾਂ ਵੀ ਹੋ ਸਕਦਾ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਪਾਣੀ ਨਹੀਂ ਲੈ ਰਹੇ ਜ਼ਿਆਦਾ, ਤੁਸੀਂ ਖਾ ਰਹੇ ਹੋ ਬਟ ਤੁਸੀਂ ਪਾਣੀ ਨਹੀਂ ਲੈ ਰਹੇ। ਅਗਰ ਤੇ ਤੁਹਾਡੀ ਪਹਿਲਾਂ ਤੁਹਾਨੂੰ ਪਾਣੀ ਲੈ ਕੇ ਦੇਖਣਾ ਚਾਹੀਦਾ, ਅਗਰ ਤੇ ਪਾਣੀ ਲੈਣ ਨਾਲ ਤੁਹਾਡੀ ਪ੍ਰੋਬਲਮ ਸਹੀ ਹੁੰਦੀ ਤੇ ਇਟ ਮੀਨਸ ਮਤਲਬ ਤੁਸੀਂ ਪਾਣੀ ਲੈ ਕੇ ਤੁਹਾਡੀ ਪ੍ਰੋਬਲਮ ਸਬਸਾਈਡ ਹੋ ਜਾਊਗੀ, ਤੁਹਾਨੂੰ ਕੋਈ ਹੋਰ ਹਰਬ ਲੈਣ ਦੀ ਲੋੜ ਨਹੀਂ ਹੈਗੀ। ਬਟ ਅਗਰ ਕਈ ਇਦਾਂ ਦੇ ਇਨਸਾਨ ਹੁੰਦੇ ਪਾਣੀ ਵੀ ਲੈਂਦੇ ਬਟ ਉਹ ਖਾਂਦੇ ਘੱਟ ਆ, ਓਬਵੀਅਸਲੀ ਤੁਸੀਂ ਖਾਓਗੇ ਘੱਟ, ਤੁਹਾਡੇ ਬਾਉਲ ਜਿਹੜੇ ਆ ਉਹ ਮਤਲਬ ਘੱਟ ਬਣਨਗੇ ਤੇ ਤੁਹਾਨੂੰ ਤੁਸੀਂ ਕਨਸਟੀਪੇਟਡ ਫੀਲ ਕਰੋਗੇ, ਠੀਕ ਆ। ਅਗਰ ਇਦਾਂ ਦੀ ਕੰਡੀਸ਼ਨ ਆ ਤਾਂ ਤੁਹਾਨੂੰ ਪਹਿਲਾਂ ਆਪਣੀ ਡਾਈਟ ਨੂੰ ਸਹੀ ਕਰਨਾ ਚਾਹੀਦਾ, ਤੁਹਾਨੂੰ 3 ਮੀਲਸ ਲੈਣੀਆਂ ਚਾਹੀਦੀਆਂ, ਤੇ ਫਿਰ ਤੁਸੀਂ ਤੁਹਾਡੀ ਪ੍ਰੋਬਲਮ ਜਿਹੜੀ ਸਬਸਾਈਡ ਹੋ ਜਾਏਗੀ। ਬਟ ਅਗਰ ਤੁਹਾਡੇ ਦੋਨੇ ਕੇਸਿਸ ਨਹੀਂ ਹੈਗੇ, ਅਗਰ ਤੁਹਾਨੂੰ ਇਹ ਦੋਨੇ ਚੀਜ਼ਾਂ ਤੁਸੀਂ ਸਹੀ ਹੋ, ਤੁਸੀਂ ਪਾਣੀ ਵੀ ਸਹੀ ਲੈ ਰਹੇ ਹੋ, ਤੁਸੀਂ ਡਾਈਟ ਵੀ ਸਹੀ ਲੈ ਰਹੇ ਹੋ, ਫਿਰ ਵੀ ਤੁਹਾਨੂੰ ਇਹ ਪ੍ਰੋਬਲਮ ਆ ਰਹੀ, ਇਟ ਮੀਨਸ ਕਿ ਤੁਹਾਡੀ ਬਾਡੀ ਦੇ ਵਿੱਚ ਫਾਈਬਰ ਦੀ ਕਮੀ ਹੈ, ਤੁਸੀਂ ਆਪਣੀ ਡਾਈਟ ਦੇ ਵਿੱਚ ਫਾਈਬਰ ਨਹੀਂ ਲੈ ਰਹੇ ਹੋ। ਤੁਹਾਨੂੰ ਫਿਰ ਸੈਲਡ ਲੈਣਾ ਚਾਹੀਦਾ, ਤੁਹਾਨੂੰ ਉਹ ਚੀਜ਼ਾਂ ਲੈਣੀਆਂ ਚਾਹੀਦੀਆਂ ਜਿਹੜੀਆਂ ਕਿ ਫਾਈਬਰਸ ਹੁੰਦੀਆਂ, ਜਿੱਦਾਂ ਕਿ ਤੁਹਾਨੂੰ ਗ੍ਰੀਨ ਲੀਫੀ ਵੈਜੀਟੇਬਲਸ ਲੈਣੀਆਂ ਚਾਹੀਦੀਆਂ ਜਾਂ ਹਰੀਆਂ ਸਬਜ਼ੀਆਂ ਲੈਣੀਆਂ ਚਾਹੀਦੀਆਂ।
ਜਾਂ ਫਿਰ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਜਿੱਦਾਂ ਜਿਹੜੀ ਮੂੰਗ ਦਾਲ ਹੁੰਦੀ ਆ, ਫਾਈਬਰਸ ਜਿਹੜੀ ਸਪਰਾਊਟਡ ਹੁੰਦੀ ਚੀਜ਼ਾਂ, ਉਹ ਤੁਸੀਂ ਇਨਕੋਰਪੋਰੇਟ ਕਰਨੀਆਂ ਚਾਹੀਦੀਆਂ। ਬਟ ਅਗਰ ਤੁਹਾਡੀ ਇਹਦੇ ਨਾਲ ਵੀ ਪ੍ਰੋਬਲਮ ਸਬਸਾਈਡ ਨਹੀਂ ਹੁੰਦੀ, ਫਿਰ ਤੁਸੀਂ ਕੋਈ ਮੈਡੀਸਿਨ ਤੁਸੀਂ ਲੈ ਸਕਦੇ ਹੋ, ਜਿੱਦਾਂ ਕਿ ਤੁਸੀਂ ਕਾਇਮ ਚੂਰਨ ਲੈ ਸਕਦੇ ਹੋ, ਜਾਂ ਫਿਰ ਤੁਸੀਂ ਤ੍ਰਿਫਲਾ ਲੈ ਸਕਦੇ ਹੋ, ਤੇ ਫਿਰ ਤੁਹਾਡੀ ਇਹਦੇ ਨਾਲ ਪ੍ਰੋਬਲਮ ਸਹੀ ਹੋ ਸਕਦੀ ਹੈ। ਬਟ ਅਗਰ ਤੁਹਾਨੂੰ ਇਹ ਵੀ ਕੰਮ ਨਹੀਂ ਤੁਹਾਡੇ ਕਰ ਰਿਹਾ, ਫਿਰ ਤੁਸੀਂ ਕੈਸਟਰ ਆਇਲ ਲੈ ਸਕਦੇ ਹੋ, ਅਰੰਡੀ ਦਾ ਤੇਲ ਆ, ਉਹ ਤੁਸੀਂ ਲੈ ਸਕਦੇ ਹੋ ਜੀ। ਹਾਂਜੀ, ਪਹਿਲਾਂ ਤੁਹਾਨੂੰ ਕਾਜ਼ ਲੱਭਣੀ ਚਾਹੀਦੀ ਕਿ ਤੁਹਾਡੀ ਪ੍ਰੋਬਲਮ ਕੀ ਆ, ਕਿ ਤੁਹਾਨੂੰ ਫਸਟ ਨੰਬਰ ਤੇ, ਅਗਰ ਤੁਹਾਡੀ ਫਸਟ ਨੰਬਰ ਤੇ ਸਹੀ ਹੁੰਦੀ, ਫਿਰ ਤੁਹਾਨੂੰ ਮੈਡੀਸਿਨ ਲੈਣ ਦੀ ਲੋੜ ਨਹੀਂ ਹੈਗੀ। ਜੀ, ਮਤਲਬ ਪਹਿਲੇ ਆਪਣੀ ਜਿਹੜੀ ਸਮੱਸਿਆ ਹੈ ਉਹਨੂੰ ਸਮਝੀਏ, ਜੀ। ਉਸ ਤੋਂ ਬਾਅਦ ਮਾਹਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਮਾਹਿਰ ਦੀ ਸਲਾਹ ਦੇ ਨਾਲ ਜੇ ਅਸੀਂ ਚੱਲਦੇ ਹਾਂ ਤੇ ਉਸੇ ਵੇਲੇ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ। ਡਾਕਟਰ ਪੁਨੀਤ, ਤੁਸੀਂ ਸਾਡੇ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਕੁਝ ਆਯੁਰਵੇਦਾ ਬਾਰੇ, ਡਾਈਟ ਬਾਰੇ ਸਾਨੂੰ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।